सो स्टार्ट करते हैं जी आपां हुण अज दा टॉपिक असी कल वाले लैक्चर तो ही अगे स्टार्ट करांगे वेट एंड मेजर्स वजन ते माप। देखो असी मैं फिर एक बार तुहानूं क्लीयर करदा कि असी मास्टर कैडर लैक्चरार पीपीएससी यूपीएससी ਜਾਂ किते भी हिस्टरी जिहड़ी आ ਉਹ ਐਜ਼ ਅ ਸਬਜੈਕਟ ਆ ਰਿਹਾ ਹੋਵੇ ਇਹਨਾਂ ਸਾਰੇ ਪੇਪਰਸ ਨੂੰ ਅਸੀਂ ਕਾਮਨ ਮੰਨ ਕੇ ਚੱਲ ਰਹੇ ਹਾਂ। ਠੀਕ ਹੈ, ਤਾਂ ਤੁਸੀਂ ਆਪੋ ਆਪਣੇ ਸਿਲੇਬਸ ਦੇ ਅਕੋਰਡਿੰਗ ਇਸ ਚੀਜ਼ ਨੂੰ ਧਿਆਨ ਨਾਲ ਦੇਖ ਸਕਦੇ ਹੋ। ਬਾਈਲੈਂਗੁਅਲ ਇਹਨੂੰ ਇਸ ਕਰਕੇ ਤਿਆਰ ਕੀਤਾ ਗਿਆ ਕਿ ਸਪੈਸ਼ਲੀ ਮਾਸਟਰ ਕੈਡਰ ਤੇ ਲੈਕਚਰਾਰ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਕਿਸੇ ਤਰੀਕੇ ਦੀ, ਕਿਉਂਕਿ ਭਾਸ਼ਾ ਕਦੇ ਵੀ ਬੈਰੀਅਰ ਨਹੀਂ ਹੋਣਾ ਚਾਹੀਦਾ। ਠੀਕ ਆ, ਤਾਂ ਤੁਹਾਨੂੰ ਇਹ PDF ਜਿਹੜੀਆਂ ਨੇ ਇਹ ਬੁੱਕਸ ਦੇ ਫਾਰਮੈਟ 'ਚ ਮਿਲਣਗੀਆਂ, ਹਾਰਡ ਕਾਪੀਜ਼ ਮਿਲਣਗੀਆਂ ਤੁਹਾਨੂੰ ਇਹ। ਠੀਕ ਆ, ਤਾਂ ਜਿਹੜੇ ਆਲਰੇਡੀ ਸਾਡੇ ਕੋਰਸਿਸ 'ਚ ਇਨਰੋਲਡ ਨੇ ਉਹਨਾਂ ਨੂੰ ਇਹ ਉਹਨਾਂ ਦੇ ਐਡਰੈਸ ਵਗੈਰਾ ਜਿਹੜੇ ਆ ਉਹ ਉਹਨਾਂ ਨੂੰ ਲੈ ਕੇ ਕੰਟੈਕਟ ਕਰਕੇ ਉਹਨਾਂ ਤੱਕ ਇਹ ਬੁੱਕਸ ਪਹੁੰਚਾਈਆਂ ਜਾਣਗੀਆਂ। ਠੀਕ ਆ, ਸੋ ਸਮਾਂ ਖਰਾਬ ਕਰੇ ਬਿਨਾਂ ਅਸੀਂ ਸਟਾਰਟ ਕਰਦੇ ਹਾਂ ਵੇਟ ਐਂਡ ਮੇਜਰਸ। ਪਹਿਲੀ ਗੱਲ ਕਿ ਜਿਹੜੇ ਵੇਟ ਸੀ ਨਾ, ਭਾਰ ਸੀਗਾ ਜਿਹੜਾ, ਉਹ ਇੱਕ ਨਾ ਕਹਿ ਲਓ ਕਿ ਸੀਕੁਐਂਸ ਦੇ ਵਿੱਚ ਸੀ, ਇੱਕ ਪੈਟਰਨ 'ਚ ਸੀ। ਜਿਵੇਂ 1 ਯੂਨਿਟ 2 8 16 32 64 ਐਵੇਂ। ਇਹ ਨਹੀਂ ਸੀਗਾ ਕਿ ਆਹ ਵੱਟਾ 1 ਕਿਲੋ ਦਾ, 2 ਕਿਲੋ ਦਾ, 5 ਕਿਲੋ ਦਾ, 7 ਕਿਲੋ ਦਾ, 11 ਕਿਲੋ ਦਾ, ਐਵੇਂ ਨਹੀਂ। ਸੀਕੁਐਂਸ ਸੀਗਾ ਇੱਕ ਪੂਰਾ। ਐਵੇਂ ਹੀ ਜਿਹੜੇ ਯੂਨਿਟ ਸੀਗੇ ਡਿਸਟੈਂਸ ਦੇ, ਉਹ ਡੈਸਿਮ, ਉਹ ਵੀ ਇੱਕ ਪੂਰੇ ਸੀਕੁਐਂਸ ਦੇ ਫਾਰਮ 'ਚ ਸੀਗੇ। ਮਤਲਬ ਕੁਛ ਨਾ ਕੁਛ ਸਾਨੂੰ ਬਹੁਤਾ ਸਮਝ ਨਹੀਂ ਆਇਆ ਕਿ ਵੇਟ ਐਂਡ ਮੇਜਰਸ ਕੀ ਸੀਗੇ, ਬਟ ਹਾਂ ਇੰਨਾ ਜ਼ਰੂਰ ਸੀਗਾ ਕਿ ਵੇਟ ਐਂਡ ਮੇਜਰਸ ਦੇ ਵਿੱਚ ਇੱਕ ਸੀਕੁਐਂਸ ਜ਼ਰੂਰ ਫੋਲੋ ਕੀਤਾ ਸੀ ਉਹਨਾਂ ਨੇ। ਸੇਮ ਵੇਟ ਤੇ ਮੇਜਰਸ ਜਿਹੜੇ ਸੀਗੇ ਉਹ ਜਾਂ ਤਾਂ ਚੂਨੇ ਦੇ ਪੱਥਰ ਦੇ ਸੀਗੇ ਜਾਂ ਸਟੀਟਾਈਟਸ ਦੇ ਸੀਗੇ, ਜਾਨੀ ਕਿ ਜਿਹੜਾ ਆਪਣਾ ਮਾਰਬਲ ਹੁੰਦਾ ਹੈ ਉਹਦੇ ਬਣੇ ਹੁੰਦੇ ਸੀਗੇ। ਤਾਂ ਉਹ ਕਿਸੇ ਨਾ ਕਿਸੇ ਪੱਥਰ ਦੇ, ਮਾਰਬਲ ਦੇ ਹੁੰਦੇ ਸੀ, ਗ੍ਰੇਨਾਈਟ ਦੇ ਹੁੰਦੇ ਸੀ, ਜਾਂ ਉਹ ਕਿਸੇ ਚੂਨੇ ਦੇ ਪੱਥਰ ਦੇ ਬਣੇ ਹੁੰਦੇ ਸੀਗੇ। ਠੀਕ ਆ, ਨੈਕਸਟ ਆ ਮਾਪਣ ਵਾਸਤੇ ਇੰਸਟਰੂਮੈਂਟ ਸੀਗਾ। ਆ ਵੇਟ ਮੇਜਰਸ ਸੀਗੇ ਜਿਹੜੇ ਉਸ ਟਾਈਮ ਦੇ ਸੀ। ਜੇ ਅਸੀਂ ਇਹਨਾਂ ਨੂੰ ਦੇਖਣਾ ਹੋਵੇ ਤਾਂ ਲਓ ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਆ ਗਿਆ ਖੇਤੀਬਾੜੀ ਬਾਰੇ। ਦੇਖੋ ਜੇ ਖੇਤੀਬਾੜੀ ਦੀ ਗੱਲ ਕਰੀਏ ਨਾ, ਤਾਂ ਜਿਹੜੀ ਹੜੱਪਨ ਸੱਭਿਅਤਾ ਸੀ ਜਾਂ ਸਿੰਧੂ ਘਾਟੀ ਸੱਭਿਅਤਾ, ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹ ਵੀਟ, ਬਾਰਲੇ ਵਗੈਰਾ ਤੇ ਬਹੁਤ ਡਿਪੈਂਡੈਂਟ ਸੀ। ਕਪਾਹ ਦੀ ਖੇਤੀ ਇਹਨਾਂ ਨੇ ਸਭ ਤੋਂ ਪਹਿਲਾਂ ਕੀਤੀ ਹੈ। ਇੱਥੋਂ ਤੱਕ ਕਿ ਕਪਾਹ ਜਿਹੜੀ ਸੀ ਨਾ, ਕਪਾਹ ਤੋਂ ਹੀ ਇਹਨਾਂ ਨੂੰ, ਜਿਵੇਂ ਹੁਣ ਸਪੋਜ਼ ਕਰੋ ਕਿ ਸਿੰਡੋਨ ਜਿਹੜੀ ਇਹਨਾਂ ਦੀ ਸੱਭਿਅਤਾ ਸੀਗੀ, ਠੀਕ ਆ, ਉਹਨਾਂ ਦਾ ਨਾਮ ਸਿੰਡੋਨ ਇੱਥੋਂ ਹੀ ਪਿਆ ਸੀ। ਇੰਡਸ ਨਦੀ ਜਿਹੜੀ ਸੀ ਉਹ ਇਹਨਾਂ ਨੂੰ ਗ੍ਰੀਕ ਨੇ ਨਾਮ ਕਪਾਹ ਤੋਂ ਹੀ ਦਿੱਤਾ ਸੀਗਾ ਕਿ ਖਿੜਿਆ ਖਿੜਿਆ ਕੋਈ ਫੁੱਲ ਸੀਗਾ, ਉੱਥੋਂ ਉਹਨੂੰ ਸਿੰਡੋਨ ਕਹਿਣ ਲੱਗ ਪਏ, ਫਿਰ ਇੰਡੋਨ, ਫਿਰ ਇੰਡਸ। ਤਾਂ ਨਦੀ ਜਿਹੜੀ ਸੀਗੀ, ਨਦੀ ਦਾ ਨਾਮ ਬੇਸਿਕਲੀ ਉਹਨਾਂ ਨੇ ਇੱਕ ਖਿੜੇ ਹੋਏ ਕਪਾਹ ਦੇ ਫੁੱਲ ਤੋਂ ਰੱਖਿਆ ਸੀਗਾ, ਕਿਉਂਕਿ ਉਹਨਾਂ ਨੂੰ ਇਸ ਇਲਾਕੇ 'ਚ ਬਹੁਤ ਸਾਰੀ ਕਪਾਹ ਮਿਲੀ ਹੈ। ਤਾਂ ਹੁਣ ਦੇਖ ਲਓ, ਆਪਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਕਿ ਗ੍ਰੀਕਸ ਜਿਹੜੇ ਸੀਗੇ ਉਹਨਾਂ ਨੇ ਇਹ ਨਾਮ ਸਿੰਡੋਨ, ਜਿਹੜਾ ਕਿ ਸਿੰਧ ਦੇ ਲੋਕ, ਗ੍ਰੀਕ ਲੋਕ ਸੀ ਜਿਹੜੇ, ਉਹ ਮਤਲਬ ਕਿ ਕਪਾਹ ਵਾਸਤੇ ਵਰਤਦੇ ਸੀਗੇ। ਉੱਥੋਂ ਹੀ ਸਿੰਧ ਨਦੀ, ਸਿੰਧ ਇਲਾਕਾ ਤੇ ਸਿੰਧ ਦੇ ਨੇੜੇ ਦੀ ਕਪਾਹ, ਠੀਕ ਆ, ਉਹਦੇ ਵਾਸਤੇ ਸੀਗੀ। ਦੂਜੀ ਗੱਲ ਇਹ ਸੀ ਕਿ ਜੇ ਆਪਾਂ ਗੱਲ ਕਰੀਏ ਕਿ ਉਸ ਟਾਈਮ ਖੇਤੀਬਾੜੀ ਡਿਪੈਂਡ ਕਿਹਦੇ ਤੇ ਸੀ। ਦੇਖੋ ਬਹੁਤ ਸਾਰੇ ਵਾਦ ਵਿਵਾਦ ਆ, ਬਹੁਤ ਜਗ੍ਹਾ ਤੇ ਖੂਹ ਮਿਲੇ ਆ ਜਿੱਥੋਂ ਐਂ ਲੱਗਦਾ ਸੀ ਕਿ ਸ਼ਾਇਦ ਉਸ ਟਾਈਮ ਦੀਆਂ ਜਿਹੜੀਆਂ ਨਦੀਆਂ ਸੀ ਉਹ ਕਿਤੇ ਗੰਦੀਆਂ ਤਾਂ ਨਹੀਂ ਸੀ, ਕਿਉਂਕਿ ਤਾਂ ਹੀ ਤਾਂ ਖੂਹਾਂ ਤੋਂ ਖੇਤੀ ਹੋ ਰਹੀ ਸੀ। ਅਦਰਵਾਈਜ਼ ਸਾਰੇ ਸ਼ਹਿਰ ਨਦੀਆਂ ਦੇ ਕੰਢੇ ਹੋਣ ਤੇ ਖੇਤੀਬਾੜੀ ਵਾਸਤੇ ਫੇਰ ਖੂਹ ਵਰਤੇ ਜਾਂਦੇ ਹੋਣ, ਤਾਂ ਕੁਛ ਨਾ ਕੁਛ ਚੀਜ਼ ਸੀਗੀ ਜੋ ਸਾਨੂੰ ਨਹੀਂ ਮਿਲੀ। ਦੂਜੀ ਗੱਲ ਇਹ ਆ ਕਿ ਜਿਹੜੀ ਉਹਨਾਂ ਦੀ ਲਿਪੀ ਸੀ, ਸਕ੍ਰਿਪਟ ਆ ਜਿਹੜੀ, ਸਾਡੇ ਕੋਲੋਂ ਪੜ੍ਹੀ ਵੀ ਨਹੀਂ ਗਈ, ਡੈਸੀਫਰ ਵੀ ਨਹੀਂ ਹੋਈ। ਇਸੇ ਕਰਕੇ ਵੀ ਸਾਨੂੰ ਬਹੁਤ ਪੰਗਾ ਪੈ ਰਿਹਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਜਦ ਕਿ ਉਹਨਾਂ ਦੇ ਸ਼ਹਿਰ ਸਿਰੇ ਸੀ, ਬਰਸਾਤਾਂ ਵੀ ਹੁੰਦੀਆਂ ਸੀ, ਸਭ ਕੁਛ ਸੀ, ਪਰ ਫਿਰ ਵੀ ਉਹ ਖੇਤੀਬਾੜੀ ਵਾਸਤੇ ਖੂਹ ਜ਼ਿਆਦਾ ਕਿਉਂ ਪੱਟੇ ਹੋਏ ਸੀ ਉਹਨਾਂ ਨੇ? ਉਹਦੇ ਪਿੱਛੇ ਕੀ ਕਾਰਨ ਰਿਹਾ ਹੋਊਗਾ, ਨਦੀਆਂ ਦੇ ਕੰਢੇ ਤੇ ਹੋਣ ਦੇ ਬਾਵਜੂਦ ਵੀ। ਠੀਕ ਆ, ਮੇਨ ਗੱਲ ਮੇਹਰਗੜ੍ਹ ਜਿਹੜਾ ਕਿ ਹੜੱਪਨ ਦੀ, ਜਿਹੜਾ ਆਪਾਂ ਪੜ੍ਹਿਆ ਸੀ ਨਾ ਕਿ ਹੜੱਪਨ ਸੱਭਿਅਤਾ ਵੀ 3 ਫੇਜ਼ਿਸ 'ਚ, ਅਰਲੀ, ਮੈਚਿਓਰ ਤੇ ਲੈਟਰ, ਪਹਿਲਾਂ ਵਾਲੀ, ਪਰਪੱਕ ਤੇ ਬਾਅਦ ਵਾਲੀ। ਜਿਹੜੀ ਪਹਿਲਾਂ ਵਾਲੀ ਸਟੇਜ ਆ, ਜਦੋਂ ਹੜੱਪਾ ਦੇ ਕਈ ਸ਼ਹਿਰ ਲੱਭੇ ਆ, ਉਹਨਾਂ 'ਚ ਇੱਕ ਸ਼ਹਿਰ ਸੀ ਮੇਹਰਗੜ੍ਹ। ਉੱਥੇ ਵੀਟ ਯਾਨੀ ਕਿ ਕਣਕ, ਬਾਰਲੇ, ਜੌਂ, ਗ੍ਰਾਮ ਹੋ ਗਿਆ, ਪੀਸ ਹੋ ਗਿਆ, ਇਹ ਸਾਰੀਆਂ ਚੀਜ਼ਾਂ ਦੀ ਖੇਤੀ, ਮਸਟਰਡ ਹੋ ਗਿਆ। ਤਾਂ ਰਾਈਸ ਦੀ ਖੇਤੀ ਦੇ ਕੋਈ ਬਹੁਤੇ ਪੱਕੇ ਸਬੂਤ ਨਹੀਂ ਮਿਲਦੇ। ਠੀਕ ਆ, ਰਾਈਸ ਨਾ ਜ਼ਿਆਦਾਤਰ ਕਿੱਥੋਂ ਮਿਲਿਆ ਹੈ ਪਹਿਲਾਂ ਇਹ ਸਮਝੋ।
ਰਾਈਸ ਦੀ ਖੇਤੀ ਦੇ ਕੋਈ ਬਹੁਤੇ ਜ਼ਿਆਦਾ ਸਬੂਤ ਨਹੀਂ ਮਿਲੇ, ਇੱਕ ਦੋ ਸ਼ਹਿਰਾਂ ਨੂੰ ਛੱਡ ਕੇ। ਜਾਂ ਪਤਾ ਕਿੱਥੇ ਮਿਲਿਆ? ਬੰਦਰਗਾਹਾਂ ਤੇ। ਇੱਥੋਂ ਇੱਕ ਇਹ ਵੀ ਸ਼ੱਕ ਪੈ ਜਾਂਦਾ ਹੈ ਕਿ ਕਿਤੇ ਰਾਈਸ ਜਿਹੜਾ ਸੀਗਾ ਉਹ ਬਾਹਰੋਂ ਤਾਂ ਨਹੀਂ ਸੀ ਆਉਂਦਾ, ਬਟ ਫਿਰ ਵੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਰਾਈਸ ਦੀ ਖੇਤੀਬਾੜੀ ਬਹੁਤ ਘੱਟ। ਆਹ ਮੇਨ ਫਸਲਾਂ ਸੀਗੀਆਂ ਜਿਨ੍ਹਾਂ ਦੀ ਉਹ ਖੇਤੀਬਾੜੀ ਜ਼ਿਆਦਾ ਕਰਦੇ ਹੁੰਦੇ ਸੀਗੇ। ਠੀਕ ਆ, ਆਹ ਦੇਖੋ ਕਲੀਅਰ ਆ। ਚੌਲ ਜਿਹੜੇ ਸੀ ਲੋਥਲ 'ਚ ਮਿਲੇ ਆ, ਤੇ ਲੋਥਲ ਇੱਕ ਬੰਦਰਗਾਹ ਸੀ। ਹੁਣ ਇੱਥੋਂ ਇੱਕ ਕੀ ਆਈਡੀਆ ਲੱਗੂਗਾ ਕਿ ਉਹ ਲੋਥਲ 'ਚ ਹੁੰਦੀ ਸੀ ਖੇਤੀ ਉਹਦੀ? ਨਹੀਂ। ਇੱਕ ਸ਼ੱਕ ਇਹ ਵੀ ਆ ਕਿ ਸ਼ਾਇਦ ਚੌਲ ਬਾਹਰੋਂ ਆਉਂਦਾ ਹੋਊਗਾ, ਤਾਂ ਹੀ ਉਹਦੇ ਸਬੂਤ ਇੱਕ ਬੰਦਰਗਾਹ ਦੇ ਕੋਲੋਂ ਮਿਲੇ ਆ। ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਹੈ, ਜਾਂ ਸੋਚਣ ਦਾ ਇਹ ਵੀ ਤਰੀਕਾ ਹੋ ਸਕਦਾ ਹੈ। ਵਾਈ ਹੋਈ ਖੇਤੀ ਜਿਹੜੀ ਆ, ਠੀਕ ਆ, ਉਹ ਕਾਲੀਆਂ ਬੰਗਾ ਤੋਂ ਮਿਲੀ ਆ। ਤੇ ਵਾਈ ਹੋਈ ਖੇਤੀ ਦੇ ਮਿੱਟੀ ਦੇ ਵਾਈ ਹੋਈ ਖੇਤੀ, ਜਾਂ ਇਹ ਕਹਿ ਲਓ ਵਗ ਰਹੀ ਖੇਤੀ, ਜਾਂ ਬਲਦ, ਜਾਂ ਜਿਹੜੇ ਬਲਦਾਂ ਦੇ ਨਾਲ ਖੇਤੀ ਕਰ ਰਹੇ ਜਿਹੜੇ ਉਹ ਸੀ ਮਾਡਲ ਸੀ ਛੋਟੇ ਛੋਟੇ ਮਿੱਟੀ ਦੇ, ਉਹ ਸਾਨੂੰ ਹਰਿਆਣੇ ਦੇ ਬਨਾਵਲੀ ਤੋਂ ਮਿਲੇ ਆ। ਤੇ ਹਾਂ, ਵਗੇ ਹੋਏ ਖੇਤ ਆ ਰਹੇ, ਜੀਂਦੀ ਜਾਗਦੀ ਐਗਜ਼ਾਮਪਲ ਹੈ। ਦੂਰੋਂ ਲਈ ਗਈ ਇੱਕ ਖੇਤ ਦੀ ਫੋਟੋ ਆ ਜਿਹੜੀ ਕਿ ਧਰਤੀ ਦੇ ਥੱਲੇ ਲੇਅਰਸ ਪੱਟੀਆਂ, ਤਾਂ ਉੱਥੇ ਵਗੇ ਹੋਏ ਖੇਤਾਂ ਦੇ ਸਬੂਤ ਮਿਲੇ ਆ ਕਾਲੀਆਂ ਬੰਗਾਂ ਤੋਂ। ਤਾਂ ਵਗੀ ਹੋਈ ਖੇਤਾਂ ਦੇ ਸਬੂਤ ਵੀ ਮਿਲੇ ਆ, ਤੇ ਖੇਤ ਵਾਹ ਰਹੇ ਜਿਹੜੇ ਬਲਦ ਸੀਗੇ ਉਹਨਾਂ ਦੇ ਮਿੱਟੀ ਦੇ ਮਾਡਲ, ਟੈਰਾਕੋਟਾ ਮਾਡਲ ਵੀ ਬਨਾਵਲੀ ਤੋਂ ਮਿਲੇ ਆ। ਤਾਂ ਆਹ ਦੋ ਚੀਜ਼ਾਂ ਬੜੀਆਂ ਅੱਡ ਨੇ। ਕਨਫਿਊਜ਼ ਨਹੀਂ ਹੋਣਾ ਤੁਸੀਂ, ਕਿਉਂ? ਤੁਸੀਂ ਕੱਲ ਨੂੰ ਪੇਪਰ 'ਚ ਆਬਜੈਕਟਿਵ ਕੁਐਸਚਨ ਦੇ ਕੇ ਉਲਝ ਜਾਓਗੇ ਕਿ ਵਗੇ ਹੋਏ ਖੇਤ ਕਿੱਥੇ ਮਿਲੇ ਆ, ਉਹਦਾ ਟੈਰਾਕੋਟਾ ਮਾਡਲ, ਮਿੱਟੀ ਦਾ ਮਾਡਲ ਕਿੱਥੇ ਮਿਲਿਆ ਹੈ। ਤੇ ਦੋਵੇਂ ਚੀਜ਼ਾਂ ਅੱਡ ਅੱਡ ਹੁੰਦੀਆਂ ਹੈ, ਤੇ ਕਿਸੇ ਪ੍ਰਕਾਰ ਦੀ ਮਨ 'ਚ ਸ਼ੰਕਾ ਨਹੀਂ ਰੱਖਣੀ ਤੁਸੀਂ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਹੋਏ। ਹੁਣ ਆਹ ਦੇਖੋ, ਸਮੁੰਦਰ ਦੇ ਕੰਢੇ ਹੋਣ ਦੇ ਬਾਵਜੂਦ ਵੀ ਉਹ ਕਿਉਂ ਖੂਹ ਪੱਟੇ ਸੀਗੇ? ਖੂਹ ਕਾਰਨ ਖੇਤੀ ਕਿਵੇਂ ਹੋਈ? ਤਾਂ ਉਹ ਕਿਉਂ ਮਤਲਬ ਕਿ ਇਸ ਤਰੀਕੇ ਨਾਲ ਹੋਇਆ, ਇਹਦੇ ਕੋਈ ਬਹੁਤੇ ਜਵਾਬ ਨਹੀਂ ਮਿਲੇ। ਬਟ ਹਾਂ, ਪਿੰਡਾਂ ਸ਼ਹਿਰਾਂ 'ਚ ਖੂਹ ਸੀਗੇ, ਉਹ ਵੀ ਖੇਤੀ ਵਾਸਤੇ ਉਹਨਾਂ ਦਾ ਪਾਣੀ ਵੀ ਵਰਤਿਆ ਜਾਂਦਾ ਹੁੰਦਾ ਸੀ। ਕਨਾਲਸ ਵਗੈਰਾ ਜਿਹੜੀਆਂ ਸੀਗੀਆਂ ਉਹ ਵੀ ਮਿਲੀਆਂ ਨੇ, ਠੀਕ ਆ, ਬਹੁਤ ਜਗ੍ਹਾ ਤੋਂ। ਤਾਂ ਇਹਦਾ ਮਤਲਬ ਇਹ ਸੀਗਾ ਕਿ ਕਨਾਲਸ ਜਾਂ ਖੂਹਾਂ ਦਾ ਪਾਣੀ ਉਹਨੂੰ ਖੇਤੀ ਵਾਸਤੇ ਵਰਤਿਆ ਜਾਂਦਾ ਸੀਗਾ। ਠੀਕ ਆ, ਇਹ ਵੀ ਇੱਕ ਕਾਰਨ ਰਿਹਾ ਹੋ ਸਕਦਾ ਹੈ। ਨੈਕਸਟ, ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ, ਪਾਣੀ ਦੀ ਸਟੋਰੇਜ ਜਿਹੜੀ ਸੀਗੀ, ਉਹ ਪੀਣ ਵਾਲੇ ਪਾਣੀ ਦੀ ਸਟੋਰੇਜ ਦੀ ਮੈਨੇਜਮੈਂਟ ਬਹੁਤ ਵਧੀਆ ਸੀ। ਵੈਸੇ ਤਾਂ ਪੂਰੇ ਦੇ ਪੂਰੇ ਹੜੱਪਣ ਸ਼ਹਿਰਾਂ 'ਚ ਪੀਣ ਵਾਲੇ ਪਾਣੀ ਦੀ ਸਟੋਰੇਜ ਦਾ ਬਹੁਤ ਵਧੀਆ ਪ੍ਰਬੰਧ ਸੀ, ਪਰ ਸਪੈਸ਼ਲੀ ਧੋਲਾਵੀਰਾ, ਗੁਜਰਾਤ, ਠੀਕ ਆ, ਇੱਥੇ ਬੜਾ ਐਪਰੀਸ਼ੀਏਬਲ ਕੰਮ ਆ। ਈਵਨ ਕਿ ਇਹਨੂੰ ਸਭ ਤੋਂ ਵਧੀਆ ਵਾਟਰ ਮੈਨੇਜਮੈਂਟ ਦੀ ਐਗਜ਼ਾਮਪਲ ਦੇ ਤੌਰ ਤੇ ਉਭਾਰਿਆ ਗਿਆ। ਠੀਕ ਆ, ਧੋਲਾਵੀਰਾ ਨੂੰ, ਗੁਜਰਾਤ ਦਾ ਸ਼ਹਿਰ ਸੀਗਾ। ਠੀਕ ਆ, ਨੈਕਸਟ, ਉਸ ਤੋਂ ਬਾਅਦ ਜਾਨਵਰਾਂ ਦੀ ਡੋਮੈਸਟੀਕੇਸ਼ਨ ਨੂੰ ਲੈ ਕੇ ਕਿ ਕਿਹੜੇ ਕਿਹੜੇ ਜਾਨਵਰ ਜਿਹੜੇ ਆ ਉਹ ਪਾਲਦੇ ਸੀ। ਦੇਖੋ, ਸਾਨੂੰ ਕੀ ਪਤਾ ਲੱਗੂਗਾ ਕਿਹੜੇ ਕਿਹੜੇ ਜਾਨਵਰ, ਜਿਹੜੇ ਜਾਨਵਰ ਸਾਨੂੰ ਉਹਨਾਂ ਦੀ ਸੀਲ ਤੇ ਮਿਲੇ ਆ। ਠੀਕ ਆ, ਘੋੜੇ ਦੇ ਕੋਈ ਸਬੂਤ ਨਹੀਂ ਮਿਲੇ। ਇੱਕ ਦੋ ਜਗ੍ਹਾ ਤੋਂ ਘੋੜੇ ਦੀਆਂ ਹੱਡੀਆਂ ਦੇ ਸਬੂਤ ਮਿਲੇ ਆ, ਉਹ ਵੀ ਸਮੁੰਦਰ ਦੇ ਕੰਢਿਆਂ ਤੋਂ। ਮੇਬੀ ਅਰਬ ਦੇ ਲੋਕ ਜਦੋਂ ਵਪਾਰ ਕਰਨ ਇੱਥੇ ਆਏ ਆ, ਠੀਕ ਆ, ਉਹ ਸਮੁੰਦਰ ਚੋਂ ਆਏ ਆ, ਉਹ ਆਪਣੇ ਘੋੜੇ ਲੈ ਕੇ ਆਏ ਹੋਣਗੇ ਕਿ ਚਲੋ ਲੋਥਲ ਤੱਕ ਸਮੁੰਦਰ ਦੇ ਉੱਤੇ ਕਿਸ਼ਤੀ ਤੇ ਚੱਲਦੇ ਆ, ਫਿਰ ਘੋੜੇ ਲੈ ਕੇ ਅੱਗੇ ਚੱਲ ਜਾਾਂਗੇ। ਇਹ ਵੀ ਹੋ ਸਕਦਾ। ਜੇ ਘੋੜਾ ਸਾਡੇ ਇੱਥੇ ਕਾਮਨ ਹੁੰਦਾ ਤਾਂ ਫਿਰ ਸਾਰੇ ਸ਼ਹਿਰਾਂ 'ਚ ਕਿਉਂ ਨਾ ਮਿਲਦਾ ਬਈ? ਤਾਂ ਉੱਥੇ ਮਿਲਿਆ ਕੀ ਆ? ਬਲਦ ਹੋ ਗਏ, ਠੀਕ ਆ, ਗੌਟ ਹੋ ਗਈ, ਬੁਲਜ਼ ਹੋ ਗਏ, ਜਿਹਦੇ ਉੱਪਰ ਐਵੇਂ ਹੁੰਦਾ ਬਲਦ, ਠੀਕ ਆ, ਹੰਪ ਨਿਕਲਿਆ ਹੁੰਦਾ, ਸ਼ੀਪ, ਪਿਗ, ਐਸ, ਗਧੇ ਹੋ ਗਏ, ਕੈਮਲਸ। ਇਹ ਕੁਛ ਚੀਜ਼ਾਂ ਸੀਗੀਆਂ ਜਿਹੜੀਆਂ ਉੱਥੇ ਬਹੁਤੇ ਜ਼ਿਆਦਾ ਪੱਧਰ ਤੇ ਮਿਲੀਆਂ ਹੈ। ਤੇ ਸਬੂਤ ਮਿਲਦੇ ਆ ਸਾਨੂੰ ਇੱਥੇ ਇਹਨਾਂ ਦੇ ਭਲਾ ਉਹਨਾਂ ਦੀ ਸੀਲਸ ਤੋਂ, ਜਿਵੇਂ ਇੱਕ ਸਿਰ ਵਾਲਾ ਗੈਂਡਾ, ਰਾਈਨੋ, ਇਹ ਵੀ ਮਿਲਿਆ। ਹਾਂ, ਐਲੀਫੈਂਟ, ਘੋੜਾ ਜਿਹੜਾ ਸੀਗਾ ਉਹ ਬਹੁਤਾ ਮੇਨ ਪ੍ਰਾਣੀ ਨਹੀਂ ਸੀਗਾ, ਮੇਨ ਜਾਨਵਰ ਨਹੀਂ ਸੀਗਾ, ਬਟ ਘੋੜੇ ਦੇ ਸਬੂਤ ਜ਼ਰੂਰ ਮਿਲੇ ਆ। ਇਸ ਚੀਜ਼ ਨੂੰ ਆਪਾਂ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਠੀਕ ਆ, ਤੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦੇ ਜਿਹੜੇ ਮਿੱਟੀ ਦੇ ਮਾਡਲ ਆ, ਮਿੱਟੀ ਦੇ ਜਿਹੜੇ ਮਾਡਲ ਸੀ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਆ ਟੈਰਾਕੋਟਾ ਮਾਡਲ, ਉਹਦੇ 'ਚ ਸਾਨੂੰ ਟੈਰਾਕੋਟਾ ਮਾਡਲ 'ਚ ਟਾਈਗਰ ਵੀ ਮਿਲਿਆ ਹੈ। ਠੀਕ ਆ, ਲੈਪਰਡਸ ਮਿਲੇ ਆ, ਪੀਕਾਕ ਮਿਲੇ ਆ, ਡਕਸ ਮਿਲੀਆਂ, ਮੰਕੀ, ਠੀਕ ਆ, ਇਹ ਸਾਰਾ ਕੁਝ ਸਾਨੂੰ ਉੱਥੇ ਮਿਲਿਆ ਹੈ। ਠੀਕ ਆ, ਇਹ ਸਾਰਾ ਕੁਝ, ਖਰਗੋਸ਼, ਮੋਰ, ਬਤਕਾ, ਕਬੂਤਰ, ਇਹ ਸਭ ਕੁਝ ਸਾਨੂੰ ਸਬੂਤ ਦੇ ਤੌਰ ਤੇ ਮਿਲੇ ਆ। ਘੋੜੇ ਦੇ ਹੱਡੀਆਂ ਦੇ ਸਬੂਤ ਗੁਜਰਾਤ ਦੇ ਇੱਕ ਸ਼ਹਿਰ ਤੋਂ ਸਰਕੋਦੜਾ, ਠੀਕ ਆ, ਇੱਥੋਂ ਮਿਲੇ ਆ। ਠੀਕ ਆ, ਤੇ ਇੱਕ ਹੋਰ, ਪੰਜਾਬ ਜਦ ਲਗਾਤਾ ਹੈ ਸਿਰੇ ਲਗਾਤਾ ਹੈ, ਠੀਕ ਆ, ਆਪਾਂ ਨੂੰ ਪਤਾ ਹੀ ਹੈ ਪੰਜਾਬ 'ਚ ਕੀ ਮਿਲਿਆ ਹੈ, ਜਿਹੜੀਆਂ ਅਰਥੀਆਂ ਦਫਨਾਈਆਂ ਗਈਆਂ ਹੈ ਉੱਥੇ ਬੰਦੇ ਦੇ ਨਾਲ ਕੁੱਤਾ ਦਫਨਾਏ ਗਏ ਆ। ਠੀਕ ਆ, ਇਹ ਮਿਲਿਆ ਪੰਜਾਬ 'ਚੋਂ। ਤਾਂ ਇਹ ਚੀਜ਼ ਥੋੜੀ ਜਿਹੀ ਯੂਨੀਕ ਆ ਕਿ ਡੌਗ ਵਿਦ ਮੈਨ ਇਨ ਗ੍ਰੇਵਸ। ਠੀਕ ਆ, ਜਿਹੜੀਆਂ ਗ੍ਰੇਵਸ ਸੀਗੀਆਂ ਉਹ ਸੀ ਕੀ ਆਪਾਂ ਪੰਜਾਬੀ 'ਚ ਕਹਿ ਲਈਏ ਕਬਰਾਂ, ਤਾਂ ਉਹਦੇ 'ਚ ਜਾਨਵਰਾਂ ਤੇ ਇਨਸਾਨਾਂ ਨੂੰ ਇਕੱਠੇ ਦਫਨਾਇਆ ਗਿਆ। ਇੱਥੋਂ ਸ਼ਾਇਦ ਪੰਜਾਬੀਆਂ ਦਾ ਜਾਨਵਰਾਂ ਨਾਲ ਪਿਆਰ ਜਿਹੜਾ ਸੀਗਾ ਉਹ ਵੀ ਬੜਾ ਰਿਫਲੈਕਟ ਹੋ ਕੇ ਬਾਹਰ ਆਉਂਦਾ ਹੈ। ਤਾਂ ਇਹੋ ਜਿਹੇ ਸਬੂਤ ਵੀ ਮਿਲੇ ਆ। ਹੁਣ ਗੱਲ ਕਰਦੇ ਆ
ਉੱਥੋਂ ਦਾ ਸ਼ਿਲਪਕਾਰ ਜੋ ਉਹ ਚੂੜੀਆਂ ਤੋਂ ਲੈ ਕੇ ਹਰ ਇੱਕ ਗਹਿਣੇ ਗੱਟਾ ਉਹਨਾਂ ਦੇ ਜਿਹੜੇ ਉਹ ਸੀ, ਮਤਲਬ ਕਿ ਉਹਨਾਂ ਦੀਆਂ ਮੂਰਤੀਆਂ, ਸ਼ਿਲਪਕਾਰੀ, ਸਭ ਕੁਝ ਕੀ ਸੀਗਾ। ਠੀਕ ਆ, ਜੇ ਆਪਾਂ ਉਹਦੀ ਗੱਲ ਕਰੀਏ ਤਾਂ ਦੇਖੋ ਸਭ ਤੋਂ ਮੇਨ ਗੱਲ ਇਹ ਆ ਕਿ ਜ਼ਿਆਦਾਤਰ ਭਾਂਡੇ ਜਿਹੜੇ ਸੀਗੇ ਉਹ ਕਿਹਦੇ ਬਣਦੇ ਸੀ? ਕਾਪਰ ਦੇ। ਠੀਕ ਆ, ਜ਼ਿਆਦਾਤਰ ਭਾਂਡੇ ਜਿਹੜੇ ਸੀਗੇ ਉਹ ਕਾਪਰ ਦੇ ਬਣਦੇ ਸੀਗੇ, ਤਾਂਬੇ ਦੇ ਬਣਦੇ ਸੀ, ਜਾਂ ਤਾਂਬੇ ਦਾ ਬਣਿਆ ਹੋਇਆ ਇੱਕ ਅਲੋਏ ਹੁੰਦਾ ਹੈ। ਠੀਕ ਆ, ਕਾਪਰ ਤੋਂ ਸਾਨੂੰ ਪਤਾ ਹੀ ਆ ਕਿ ਬ੍ਰੌਂਜ਼ ਬਣਦਾ ਹੈ। ਕਾਪਰ 'ਚ ਟਿਨ ਪਾ ਦੋ ਤਾਂ ਕੀ ਬਣ ਜਾਂਦਾ ਹੈ? ਦੋ ਮੈਟਲ ਮਿਲ ਕੇ, ਦੋ ਧਾਤੂਆਂ ਜਦੋਂ ਮਿਕਸ ਕਰ ਦਿੱਤੀਆਂ ਜਾਣ ਤਾਂ ਫਿਰ ਇੱਕ ਅਲੋਏ ਬਣਦਾ ਹੈ। ਠੀਕ ਆ ਨਾ, ਤਾਂ ਇਹ ਬ੍ਰੌਂਜ਼ ਜਿਹਨੂੰ ਆਪਾਂ ਕਹਿ ਦਿੰਦੇ ਆ ਕਾਂਸਾ, ਠੀਕ ਆ, ਤੇ ਕਾਪਰ ਜਿਹਨੂੰ ਆਪਾਂ ਕਹਿ ਦਿੰਦੇ ਆ ਤਾਂਬਾ। ਮਿਲਣ ਵਾਲਾ ਪਹਿਲਾ ਤਾਂਬਾ ਮਤਲਬ ਮੈਟਲ ਜਿਹੜਾ ਸੀ ਉਹ ਕਾਪਰ ਸੀਗਾ, ਤੇ ਇੰਡੀਆ 'ਚ ਮਿਲਣ ਵਾਲਾ ਪਹਿਲਾ ਅਲੋਏ ਕਿਹੜਾ ਸੀਗਾ? ਬ੍ਰੌਂਜ਼ ਸੀਗਾ। ਤਾਂ ਇਹ ਦੋਵੇਂ ਇੰਡਸ ਵੈਲੀ ਸਿਵਲਾਈਜੇਸ਼ਨ 'ਚ ਬਹੁਤ ਵਰਤੇ ਗਏ ਆ। ਬ੍ਰੌਂਜ਼ ਦੀ ਤਾਂ ਇੱਕ ਪੂਰੀ ਮੂਰਤ ਮਿਲੀ ਆ, ਡਾਂਸਿੰਗ ਗਰਲ, ਇੱਕ ਨਾਚ ਕਰਦੀ ਮਤਲਬ ਕਿ ਨ੍ਰਿਤਗਣੀ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੀ ਮੂਰਤ ਮਿਲੀ ਆ। ਠੀਕ ਆ, ਮਹਿੰਦੋਗਾੜੋ ਤੋਂ। ਤੇ ਸੋਨਾ, ਚਾਂਦੀ, ਇਹ ਉਸ ਟਾਈਮ ਤੱਕ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸੀ। ਪਰ ਲੋਹਾ ਨਹੀਂ। ਲੋਹਾ ਵਰਤਿਆ ਆ ਕੇ ਆਰੀਅਨਸ ਨੇ, ਜਿਹੜੇ ਵੈਦਿਕ ਕਾਲ ਚ ਆਉਣਗੇ। ਲੋਹੇ ਦੀ ਖੋਜ ਜਿਹੜੀ ਹੈ ਨਾ ਉਹ ਵੈਦਿਕ ਕਾਲ ਦੀ ਖੋਜ ਆ। ਹਾਂ, ਇੰਡਸ ਵੈਲੀ ਸੱਭਿਅਤਾ ਨੂੰ ਆਪਾਂ ਕਹਿ ਸਕਦੇ ਹਾਂ ਕਾਂਸਾ ਯੁੱਗ, ਇੰਡਸ ਵੈਲੀ ਸੱਭਿਅਤਾ ਨੂੰ ਕਹਿ ਸਕਦੇ ਹਾਂ ਤਾਂਬਾ ਯੁੱਗ। ਪਰ ਕੀ ਅਸੀਂ ਇੰਡਸ ਵੈਲੀ ਸੱਭਿਅਤਾ ਨੂੰ ਲੋਹਾ ਯੁੱਗ ਕਹਿ ਸਕਦੇ ਹਾਂ? ਨਹੀਂ ਕਹਿ ਸਕਦੇ। ਲੋਹਾ ਯੁੱਗ ਹਜੇ ਆਉਣਾ ਹੈ। ਲੋਹੇ ਦੀ ਇਹਨਾਂ ਨੂੰ ਲੋੜ ਵੀ ਨਹੀਂ ਪਈ, ਬਾਹਲੀਆਂ ਇਹਨਾਂ ਨੇ ਲੜਾਈਆਂ ਵੀ ਨਹੀਂ ਲੜੀਆਂ। ਐਂ ਹੀ ਕਹਿਣਾ ਮੈਂ ਤੁਹਾਨੂੰ, ਲੜਾਈਆਂ ਲੜਨਗੇ ਅਗਲੇ ਆ ਕੇ, ਉਹ ਸੀ ਅੱਤ ਦੇ ਸ਼ਿਕਾਰੀ ਜਿਹੜੇ ਆਰੀਅਨਸ ਹੋਣਗੇ। ਦੇ ਚਪੇੜ ਮਤਲਬ ਕਿ ਉਹਦਾ 10-10 ਰਾਜੇ ਇੱਕ ਪਾਸੇ, ਇੱਕ ਰਾਜਾ ਇੱਕ ਪਾਸੇ, ਉਹਨਾਂ ਦੀਆਂ ਤੇ ਲੜਾਈਆਂ ਹੀ ਪੂਰੀਆਂ ਤਾਬੜ ਤੋੜ ਚੱਲਣਗੀਆਂ। ਜਦੋਂ ਆਪਾਂ ਅੱਗੇ ਜਾ ਕੇ ਇਤਿਹਾਸ 'ਚ ਪੜਾਂਗੇ ਵੀ 10 ਰਾਜਨ ਯੁੱਧ, ਜਿਹੜਾ ਕਿ ਆਪਣੇ ਆਪ 'ਚ ਇੱਕ ਬੜਾ ਮਸ਼ਹੂਰ ਹੋਇਆ ਹੈ। ਠੀਕ ਹੈ, ਵਿਸ਼ਵਾਮਿੱਤਰ, ਵਸ਼ਿਸ਼ਟ, 2 ਰਿਸ਼ੀ ਮੁਨੀ ਹੋਏ ਆ, ਫਿਰ ਉਹਨਾਂ ਦੀਆਂ ਸੈਨਾਵਾਂ ਨੇ ਆਪਸ 'ਚ ਲੜਾਈਆਂ ਕੀਤੀਆਂ। ਇਹ ਅਗਲਾ ਹੈ। ਹਜੇ ਅਸੀਂ ਪੜ੍ਹ ਰਹੇ ਹਾਂ ਸਿਰਫ ਸਿੰਧੂ ਘਾਟੀ ਸੱਭਿਅਤਾ। ਫਿਲਹਾਲ ਇਸੇ ਤੇ ਫੋਕਸ ਕਰਦੇ ਹਾਂ ਆਪਾਂ। ਤੇ ਹੁਣ ਇਹ ਵੱਲ ਬੜੀ ਕਲੀਅਰ ਆ ਕਿ ਟਿਨ ਜਿਹੜਾ ਠੀਕ ਆ, ਟਿਨ ਮਿਲਦਾ ਸੀਗਾ ਜਦ ਅਫਗਾਨਿਸਤਾਨ ਤੋਂ ਤੇ ਕਾਪਰ ਮਿਲਦਾ ਸੀ ਰਾਜਸਥਾਨ ਤੋਂ। ਠੀਕ ਹੈ ਜੀ, ਰਾਜਸਥਾਨ ਦੀ ਖੇਤਰੀ ਮਾਈਨਸ ਤੋਂ ਮਿਲਦਾ ਸੀਗਾ ਕਾਪਰ। ਤਾਂ ਫਿਰ ਇਸ ਕਾਪਰ ਤੇ ਟਿਨ ਸੀਗਾ, ਇਹਨੂੰ ਮਿਲ ਕੇ ਬਣਾ ਲਿਆ ਜਾਂਦਾ ਸੀ ਕੀ ਭਲਾ? ਬ੍ਰੌਂਜ਼ ਬਣ ਜਾਂਦਾ ਸੀਗਾ, ਅਲੋਏ ਬਣਦੇ ਸੀਗੇ। ਠੀਕ ਆ, ਫਿਰ ਉਹਨੂੰ ਬੜੀ ਜਗ੍ਹਾ ਤੇ ਵਰਤਿਆ ਗਿਆ ਤੇ ਇਹਨਾਂ ਨੂੰ ਪਿਘਲਾ ਕੇ ਆਪਸ 'ਚ ਮਿਲਾਇਆ ਜਾਂਦਾ ਸੀਗਾ। ਤੇ ਉਹ ਪਿਘਲਾਉਣ ਵਾਲੀਆਂ ਜ਼ਿਆਦੀਆਂ ਫੈਕਟਰੀਆਂ ਚੰਦਰਗਾਹੋ ਉੱਥੇ ਸੀਗੀਆਂ, ਜਾਂ ਕਾਲੀਆਂ ਬੰਗਾ, ਜਿੱਥੇ ਬਾਅਦ 'ਚ ਚੂੜੀਆਂ ਦਾ ਜਾਂ ਹੋਰ ਮੈਟਲ ਦਾ ਕੰਮ ਬਹੁਤ ਹੋਇਆ। ਇਹ 2 ਸ਼ਹਿਰ ਸਿੰਧ ਦੇ ਵਿੱਚ ਤੇ ਰਾਜਸਥਾਨ 'ਚ ਸ਼ਿਲਪਕਾਰੀ ਲਈ ਹੜੱਪਾ ਦੇ ਮਸ਼ਹੂਰ ਦੋਵੇਂ ਸ਼ਹਿਰ ਮਸ਼ਹੂਰ ਸੀਗੇ ਇਹ ਵਾਲੇ। ਠੀਕ ਆ, ਚੰਦਰਗਾਹੋ ਤੇ ਦੂਜਾ ਕਾਲੀਆਂ ਬੰਗਾ। ਤਾਂ ਇੱਥੇ ਬਹੁਤ ਮਤਲਬ ਕਿ ਮੈਟਲ ਨੂੰ ਪਿਘਲਾ ਕੇ ਬਹੁਤ ਕੁਝ ਬਣਿਆ। ਠੀਕ ਆ, ਹੋਰ ਜੇ ਆਪਾਂ ਗੱਲ ਕਰੀਏ, ਮੇਨ ਗੱਲ ਕੀ ਆ ਕਿ ਜ਼ਿਆਦਾਤਰ ਕਾਪਰ ਯੂਜ਼ ਹੁੰਦਾ ਸੀ ਜਾਂ ਬ੍ਰੌਂਜ਼। ਇਹਦੇ ਨਾਈਵਜ਼, ਤਲਵਾਰਾਂ, ਸ਼ੀਸ਼ੇ, ਨੀਡਲਸ, ਸੂਈਆਂ, ਠੀਕ ਆ, ਰਿੰਗਸ ਵਗੈਰਾ ਉਹ ਬਣਦੀਆਂ ਸੀ ਇਹਦੀਆਂ। ਹਾਂ, ਕਾਟਨ ਦੇ ਸਬੂਤ ਮਿਲੇ ਆ ਯਾਰ। ਕਾਟਨ ਕਰਕੇ ਹੀ ਤਾਂ ਸਾਡਾ ਨਾਮ ਸਿੰਧ ਪਿਆ, ਸਾਡੇ ਇਲਾਕੇ ਦਾ ਨਾਮ ਸਿੰਧ ਪਿਆ, ਕਿਉਂਕਿ ਗ੍ਰੀਕ ਸਾਨੂੰ ਸਿੰਡੋਨ, ਉਹ ਕਾਟਨ ਵਾਸਤੇ ਸਿੰਡੋਨ ਸ਼ਬਦ ਵਰਤਦੇ ਸੀਗੇ। ਤੇ ਉਹ ਸ਼ਬਦ ਉਹਨਾਂ ਨੇ ਸਾਡੇ ਤੋਂ ਤਾਂ ਵਰਤਿਆ, ਸਾਡੇ ਦੀ, ਕਿਉਂਕਿ ਉਹਨਾਂ ਨੇ ਸਾਡੇ ਖੇਤਾਂ 'ਚ, ਸਾਡੇ ਇਲਾਕਿਆਂ 'ਚ ਲੱਗੀ ਕਪਾਹ ਦੇਖੀ ਹੈ। ਤਾਂ ਕਪਾਹ ਦੀ ਡਿਸਕਵਰੀ ਦਾ ਸ਼੍ਰੇ ਸਾਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਵਾਲਿਆਂ ਨੂੰ ਜਾਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਹੀ ਜਾਂਦਾ ਹੈ। ਠੀਕ ਆ, ਸੋ ਇਹ ਇੱਕ ਬਹੁਤ ਇੰਪੋਰਟੈਂਟ ਸੀਗਾ। ਦੂਸਰੀ ਗੱਲ, ਹੜੱਪਨਸ ਜਿਹੜੇ ਸੀਗੇ, ਇਹਨਾਂ ਨੇ ਹੜੱਪਨਸ ਦਾ ਜਿਹੜਾ ਜ਼ਿਆਦਾ ਮੇਨ ਕੰਮ ਸੀਗਾ ਬੀਅਡ ਮੇਕਿੰਗ। ਠੀਕ ਆ, ਹੋ ਗਿਆ। ਤੇ ਦੂਜਾ ਹੋ ਗਿਆ ਜਵੈਲਰੀਜ਼। ਇਹ ਸਾਰਾ ਕੁਝ ਜਿਹੜਾ ਸੀਗਾ, ਇਹਦੇ ਲਈ ਜਿਹੜੇ 2 ਸ਼ਹਿਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਚੰਦਰਾਹੋ ਤੇ ਦੂਜਾ ਕਿਹੜਾ? ਕਾਲੀਆਂ ਬੰਗਾ। ਮੈਟਲ ਦੇ ਵਰਕ ਵਾਸਤੇ ਇਹ ਸਾਰਾ ਕੁਝ, ਆਹ 2 ਸ਼ਹਿਰ ਜਿਹੜੇ ਸੀਗੇ ਇਹ ਬਹੁਤ ਮਸ਼ਹੂਰ ਸੀਗੇ। ਕਰਾਚੀ ਦੇ ਨੇੜੇ ਸੀ ਅਲਾਦੀਨੋ। ਠੀਕ ਆ, ਜਿੱਥੇ ਗੋਲਡ, ਸਿਲਵਰ ਵਗੈਰਾ ਦੇ ਨੈਕਲਸ ਤੇ ਸਟੋਨਸ, ਜਾਨੀ ਕਿ ਜਿਹੜੇ ਪੱਥਰ ਸੀ ਵਿੱਚ ਮਹਿੰਗੇ ਪੱਥਰ, ਉਹਨਾਂ ਨੂੰ ਵਿੱਚ ਮਿਲਾਇਆ ਜਾਂਦਾ ਸੀਗਾ। ਪ੍ਰੀਸ਼ੀਅਸ ਮੈਟਲਸ ਜਿਹੜੇ ਸੀ ਉਹ ਯੂਜ਼ ਕੀਤੇ ਜਾਂਦੇ ਸੀਗੇ। ਤਾਂ ਕੁੱਲ ਮਿਲਾ ਕੇ ਸਾਨੂੰ ਇੰਨਾ ਪਤਾ ਲੱਗ ਗਿਆ ਕਿ ਸ਼ਿਲਪਕਾਰੀ ਦੇ ਮਾਮਲੇ 'ਚ ਅਸੀਂ ਕਿੱਥੇ ਸੀਗੇ। ਠੀਕ ਆ, ਇਸ ਤੋਂ ਬਾਅਦ ਅਗਲੀ ਗੱਲ ਆ ਸਾਡਾ ਵਪਾਰ ਵਾਸਤੇ ਤਾਂ ਬਹੁਤਾ ਕੁਝ ਅਸੀਂ ਪਹਿਲਾਂ ਪੜ੍ਹ ਕੇ ਆਏ ਆ। ਬਸ ਇੱਥੇ ਮਾੜਾ ਜਿਹਾ ਅਸੀਂ ਉਹਨੂੰ ਕੰਪਾਈਲ ਹੀ ਕਰਾਂਗੇ ਵਪਾਰ ਨੂੰ, ਕਿ ਵਪਾਰ ਦਾ ਕੀ ਸੀਨ। ਤੁਸੀਂ ਆਹ ਦੇਖੋ ਕਿ ਉਹਦੀ ਅਮਾਨ ਦੀ ਖਾੜੀ ਆ। ਠੀਕ ਆ, ਅਰਬ ਸਾਗਰ ਆ, ਇੱਥੇ ਅਮਾਨ ਵਾਲਾ ਦੇਸ਼ ਆ, ਇੱਥੇ ਜਾ ਕੇ ਇਜਿਪਟ ਵਗੈਰਾ ਆ ਜਾਂਦੇ, ਆਪਣੇ ਅਰਬ ਦੇ ਇਲਾਕੇ ਆ ਜਾਂਦੇ ਆ। ਆਹ ਗੁਜਰਾਤ ਆ, ਇੱਥੋਂ ਚੱਲਦੇ ਇੱਥੋਂ ਤੱਕ ਵਪਾਰ ਹੁੰਦਾ ਸੀ। ਇਸ ਤੋਂ ਅੱਗੇ ਇਜਿਪਟ ਵੀ ਆ ਜਾਊਗਾ, ਇਸ ਤੋਂ ਅਗਲੇ ਪਾਸੇ ਇਜਿਪਟ ਆ ਜਾਊਗਾ। ਤਾਂ ਵਪਾਰ ਬਹੁਤ ਵੱਡੇ ਲੈਵਲ ਤੇ ਮਤਲਬ ਕਿ ਕਿਹਾ ਜਾਂਦਾ ਹੈ ਕਿ ਕੀਤਾ ਜਾਂਦਾ ਸੀਗਾ।
ਵਪਾਰ ਕਰਨ ਵਾਸਤੇ ਜ਼ਿਆਦਾਤਰ ਜੇ ਤੁਸੀਂ ਕਹੋ ਪੈਸਾ ਬਿਲਕੁਲ ਨਹੀਂ ਸੀ ਵਰਤਿਆ ਜਾਂਦਾ, ਮੈਟੈਲਿਕ ਮਨੀ ਨਹੀਂ ਸੀ ਵਰਤੀ ਜਾਂਦੀ। ਬਾਰਟਰ ਸਿਸਟਮ, ਚੀਜ਼ਾਂ ਦੇ ਬਦਲੇ ਚੀਜ਼ਾਂ ਦਾ ਲੈਣ ਦੇਣ, ਉਹਨੂੰ ਬਾਰਟਰ ਸਿਸਟਮ ਕਹਿੰਦੇ ਆ, ਉਹਦੇ ਥਰੂ ਹੀ ਜ਼ਿਆਦਾ ਵਪਾਰ ਹੁੰਦਾ ਸੀ। ਜ਼ਿਆਦਾਤਰ ਜੇ ਅਸੀਂ ਬਾਹਰਲੇ ਦੇਸ਼ਾਂ ਨਾਲ ਵਪਾਰ ਕਰਨਾ ਹੈ ਤਾਂ ਵੱਧ ਤੋਂ ਵੱਧ ਕੀ ਸੀਲਸ, ਜਿਹੜੀਆਂ ਤੁਹਾਡੀਆਂ ਸੀਲ ਸੀਗੀਆਂ, ਮਹਿੰਗੀਆਂ ਸੀਲਸ ਵਰਤੀਆਂ ਜਾਂਦੀਆਂ ਸੀ। ਅਦਰਵਾਈਜ਼ ਸਮਾਨ ਦੇ ਬਦਲੇ ਸਮਾਨ। ਜ਼ਿਆਦਾ ਵੱਡਾ ਟ੍ਰੈਂਡ ਚਾਹੇ ਦੇਸ਼ ਦੇ ਅੰਦਰ ਸੀ, ਹਾਂ ਲੋਥਲ ਤੋਂ ਅਰਬ ਸਾਗਰ ਆ ਜਿਹੜਾ, ਠੀਕ ਆ, ਉੱਥੋਂ ਤੁਸੀਂ ਬੈਠ ਕੇ ਦੂਜੇ ਪਾਸੇ ਜਾਂਦੇ ਸੀ, ਨੈਵੀਗੇਸ਼ਨ ਉਹਦੇ ਥਰੂ ਹੁੰਦੀ ਸੀ, ਅਰਬ ਸਾਗਰ ਦੇ ਥਰੂ। ਕਿਉਂਕਿ ਜਿਹੜੀਆਂ ਦੋ ਸੱਭਿਅਤਾਵਾਂ ਨਾਲ ਸਾਡਾ ਵਪਾਰ ਸੀ, ਚਾਹੇ ਮਿਸਰ ਜਾਣੀ ਕਿ ਇਜਿਪਟ ਸੱਭਿਅਤਾ ਸੀ, ਚਾਹੇ ਮੈਸੋਪੋਟਾਮੀਅਨ ਸੱਭਿਅਤਾ ਸੀ ਇਰਾਕ ਦੀ, ਤਾਂ ਸਾਡਾ ਵਪਾਰ ਅਰਬ ਸਾਗਰ ਦੇ ਥਰੂ ਹੀ ਹੁੰਦਾ ਸੀਗਾ, ਠੀਕ ਆ। ਸਾਡੇ ਕੋਲ ਮਤਲਬ ਕਿ ਘੋੜੇ ਤੇ ਨਾਲ ਚੱਲਣ ਵਾਲੇ ਰੱਥ ਸੀਗੇ, ਰੱਥ ਕਹਿ ਲਓ ਜਾਂ ਟਾਂਗੇ ਸੀਗੇ, ਇਸ ਕਰਕੇ ਅਸੀਂ ਵੀਲ ਦੀ ਖੋਜ, ਗੋਲ ਇਹਦੀ ਵੀਲ ਦੀ ਖੋਜ ਅਸੀਂ ਕਰ ਚੁੱਕੇ ਸੀ ਉਦੋਂ, ਠੀਕ ਆ। ਉਸ ਪਤਾ ਸੀ ਸਾਨੂੰ ਕਿ ਸੀਗਾ ਕੁਛ, ਠੀਕ ਆ, ਕਿਉਂਕਿ ਜ਼ਿਆਦਾਤਰ ਤਾਂਬਾ ਇੱਥੋਂ ਹੀ ਆਉਂਦਾ ਹੁੰਦਾ ਸੀਗਾ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਬੜੀ ਕਲੀਅਰ ਕਹਿਦਾ ਕਿ ਜਿਹੜੀ ਮੈਸੋਪੋਟਾਮੀਆ ਹੈ, ਇਹ ਕਿੱਥੋਂ ਦੀ ਸੱਭਿਅਤਾ ਭਲਾ? ਮੈਸੋਪੋਟਾਮੀਆ ਇਰਾਕ ਦੀ। ਇਰਾਕ ਜਿਹੜਾ ਹੈ ਉਹ ਦੋ ਨਦੀਆਂ ਦੇ ਵਿੱਚ ਵਸਿਆ ਹੋਇਆ ਇਲਾਕਾ ਹੈ। ਕਿਹੜੀ ਨਦੀ? ਇੱਕ ਟਿਗਰਸ ਨਦੀ ਤੇ ਇੱਕ ਕਿਹੜੀ? ਯੂਪਰੇਟਸ। ਇਹਨਾਂ ਦੋ ਨਦੀਆਂ ਦੇ ਵਿੱਚ ਇਰਾਕ ਵਸਿਆ ਹੋਇਆ ਹੈ। ਜਿਹੜੀ ਇਰਾਕ ਦੀ ਮੈਸੋਪੋਟਾਮੀਆ ਸੱਭਿਅਤਾ ਨਾ, ਉਹ ਕਿਹੜੀਆਂ ਨਦੀਆਂ ਦੇ ਵਿੱਚ ਵਸੀ ਆ? ਟਿਗਰਿਸ ਤੇ ਯੂਪਰੇਟਸ। ਐਵੇਂ ਜਿਹੜੀ ਨੀਲ ਉਹ ਸੀਗੀ ਆਪਣੀ, ਕੀ ਨਾਂ ਉਹਦਾ, ਮਿਸਰ ਦੀ ਇਜਿਪਟ ਸੱਭਿਅਤਾ, ਜਿਹਨੂੰ ਇਜਿਪਸ਼ੀਅਨ ਸਿਵਲਾਈਜੇਸ਼ਨ ਕਹਿ ਦਿੰਦੇ ਆ, ਉੱਥੋਂ ਇੱਕ ਪਾਸੇ ਵਾਈਟ ਨਦੀ, ਵਾਈਟ ਨਾਈਲ, ਇੱਕ ਪਾਸੇ ਬਲੂ, ਇਹਨਾਂ ਦੋਵਾਂ ਦੇ ਵਿੱਚ ਜਿਹੜਾ ਆਹ ਇਲਾਕਾ ਸੀ, ਇੱਥੇ ਵਸੀ ਹੋਈ ਸੀ ਕਿਹੜੀ? ਇਜਿਪਸ਼ੀਅਨ ਸੱਭਿਅਤਾ। ਤਾਂ ਨਦੀਆਂ ਦਾ ਹੋਣਾ ਬਹੁਤ ਜ਼ਰੂਰੀ ਸੀ। ਆਹ ਇੰਡਸ ਤੇ ਨਿੰਡਸ ਦੀਆਂ ਸਹਾਇਕ ਨਦੀਆਂ, ਇੱਥੇ ਵਸੀ ਹੋਈ ਸੀ ਕਿਹੜੀ ਸੱਭਿਅਤਾ? ਹੜੱਪਨ ਸੱਭਿਅਤਾ। ਸੱਭਿਅਤਾਵਾਂ ਹਮੇਸ਼ਾ ਕਿਸੇ ਨਦੀ ਦੇ ਕੰਢੇ ਤੇ ਵਸਦੀਆਂ ਸੀਗੀਆਂ, ਠੀਕ ਆ। ਤਾਂ ਸਾਡੇ ਦੂਰ ਤੱਕ ਮੈਸੋਪੋਟਾਮੀਆ ਦੀ ਸੱਭਿਅਤਾ ਨਾਲ ਤੇ ਮਿਸਰ ਦੀ ਸੱਭਿਅਤਾ ਨਾਲ ਵਪਾਰਕ ਸੰਬੰਧ ਸੀਗੇ। ਕਲੀਅਰ ਹੈ ਗੱਲ? ਤਾਂ ਸਾਨੂੰ ਇਹ ਚੀਜ਼ ਬਹੁਤ ਜ਼ਿਆਦਾ ਸਪਸ਼ਟ ਹੋਣੀ ਚਾਹੀਦੀ ਹੈ। ਤਾਂ ਇਹ ਆਪਣਾ ਕਲੀਅਰ ਹੋ ਗਿਆ। ਗੱਲ ਕਰਦੇ ਹਾਂ ਉੱਥੋਂ ਦੇ ਸਿਆਸੀ ਸੰਗਠਨ ਦੀ, ਪੋਲੀਟੀਕਲ ਆਰਗੇਨਾਈਜੇਸ਼ਨ। ਰਾਜੇ ਸੀਗੇ, ਮੰਤਰੀ ਸੀਗੇ, ਸਿਸਟਮ ਸੀਗਾ। ਜੇ ਸੀਗਾ ਤਾਂ ਕਿਵੇਂ ਦਾ ਸੀ, ਤੇ ਜੇ ਨਹੀਂ ਸੀ ਤਾਂ ਫਿਰ ਸਿਸਟਮ ਚੱਲਦਾ ਕਿਵੇਂ ਸੀ? ਹੁਣ ਇਹ 2-4 ਸਵਾਲ ਨੇ। ਪਹਿਲੀ ਗੱਲ ਇਹ ਆ ਕਿ ਇਸ ਸੱਭਿਅਤਾ ਦੇ ਵਿੱਚ ਸਾਨੂੰ ਇੱਕ ਗੱਲ ਤਾਂ ਪਤਾ ਲੱਗ ਗਈ ਕਿ ਸ਼ਹਿਰ ਦਾ ਇੱਕ ਉੱਚਾ ਟਿੱਲਾ ਹੁੰਦਾ ਸੀ, ਇੱਕ ਨੀਵਾਂ। ਜੇ ਉੱਚੇ ਪਾਸੇ ਕੁਛ ਸੀਗਾ, ਇਹਦਾ ਮਤਲਬ ਇੱਕ ਵਰਗ ਸੀਗਾ ਸਮਾਜ ਦਾ ਜਿਹੜਾ ਦੂਜੇ ਵਰਗ ਦੇ ਉੱਪਰ ਰੂਲ ਕਰਦਾ ਸੀ। ਕੁਛ ਨਾ ਕੁਛ ਤਾਂ ਪੋਲੀਟੀਕਲ ਸਿਸਟਮ ਸੀ। ਮੰਦਰਾਂ ਦੇ ਸਬੂਤ ਨਹੀਂ ਮਿਲਦੇ, ਇਹਦਾ ਮਤਲਬ ਸਪੈਸੀਫਿਕਲੀ ਕੋਈ ਰਿਲੀਜੀਅਸ ਪਲੇਸ ਨਹੀਂ ਸੀ। ਪਸ਼ੂਪਤੀ ਭਗਵਾਨ ਦੀ ਮੂਰਤ ਮਿਲੀ ਆ। ਇੱਕ ਔਰਤ ਬੱਚੇ ਨੂੰ ਜਨਮ ਦੇ ਰਹੀ ਆ, ਠੀਕ ਆ, ਤੇ ਉਹਦੇ ਗਰਭ ਚੋਂ ਬੱਚਾ ਨਿਕਲ ਰਿਹਾ, ਉਹਦੀ ਮੂਰਤ ਮਿਲੀ ਆ। ਇੱਕ ਨੰਗਨ ਇਨਸਾਨ ਦੇ ਲਿੰਗ ਦੀ ਮੂਰਤ ਦਾ ਟੈਰਾਕੋਟਾ ਮਾਡਲ ਮਿਲਿਆ ਹੈ, ਠੀਕ ਆ। ਇੱਕ ਔਰਤ ਨਿਊਡ, ਉਹਦੀ ਮਿਲੀ ਆ ਫੋਟੋ, ਟੈਰਾਕੋਟਾ ਮਾਡਲ ਮਿਲਿਆ ਹੈ। ਇਟ ਮੀਨਸ ਬੱਚੇ ਦੇ ਜਨਮ ਨੂੰ ਲੈ ਕੇ, ਠੀਕ ਆ, ਔਰਤ ਦੇ ਤੇ ਮਰਦ ਦੇ ਪ੍ਰਾਈਵੇਟ ਪਾਰਟਸ ਨੂੰ ਲੈ ਕੇ ਜੇ ਨੰਗਨ ਅਵਸਥਾ ਵਿੱਚ ਮਾਡਲ ਮਿਲੇ ਆ, ਇਟ ਮੀਨਸ ਜਨਮ ਦੇ ਮਾਮਲੇ 'ਚ ਮਾਂ ਜਾਂ ਬਾਪ, ਇਹਨਾਂ ਸ਼ਬਦਾਂ ਨੂੰ ਲੈ ਕੇ ਉਹਨਾਂ ਲੋਕਾਂ 'ਚ ਇੱਕ ਪਵਿੱਤਰਤਾ ਸੀ, ਠੀਕ ਆ। ਇਟ ਮੀਨਸ ਉਹ ਕਿਸੇ ਨਾ ਕਿਸੇ ਤਰੀਕੇ ਰੱਬ ਨੂੰ ਮੰਨਦੇ ਸੀ, ਠੀਕ ਆ। ਲਿੰਗ ਦੀ ਪੂਜਾ ਵੀ ਕਰਦੇ ਹੋਣਗੇ, ਠੀਕ ਆ। ਔਰਤ ਦਾ ਜਿਹੜਾ ਪ੍ਰਾਈਵੇਟ ਪਾਰਟ ਆ ਯੋਨੀ ਦੀ ਪੂਜਾ ਵੀ ਕਰਦੇ ਹੋਣਗੇ। ਹੋਰ ਵੀ ਉਹ ਪਸ਼ੂਪਤੀ ਭਗਵਾਨ ਦੀ ਵੀ, ਪਰ ਸਪੈਸੀਫਿਕਲੀ ਜੇ ਮੈਂ ਕਹਾਂ ਮੰਦਿਰ ਨਹੀਂ ਸੀ ਹੈਗੇ ਉਦੋਂ, ਠੀਕ ਆ। ਮੰਦਿਰਾਂ ਵਾਲਾ ਸਿਸਟਮ ਨਹੀਂ ਸੀ ਹੈਗਾ, ਧਾਰਮਿਕ ਢਾਂਚਾ ਨਹੀਂ ਸੀ ਕਿਤੇ ਹੈਗਾ। ਹਾਂ, ਇੱਕ ਬਹੁਤ ਜਗ੍ਹਾ ਤੇ ਫਾਇਰ ਐਲਟਰਸ, ਯੱਗ ਕਰਨ ਵਾਸਤੇ ਜਗ੍ਹਾ ਲੱਭੀਆਂ। ਸਾਨੂੰ ਇੱਕ ਬਹੁਤ ਵੱਡਾ ਗਰਾਊਂਡ ਟੱਬ ਮਿਲਿਆ ਜਿੱਥੇ ਇਸ਼ਨਾਨ ਵਾਸਤੇ ਪ੍ਰਬੰਧ ਸੀਗਾ। ਇਟ ਮੀਨਸ ਸ਼ਾਇਦ ਉਹ ਧਾਰਮਿਕ ਸਥਾਨ ਹੀ ਹੋਊਗਾ, ਬਟ ਮੰਦਿਰ ਜਾਂ ਸਪੈਸੀਫਿਕ ਕੋਈ ਜਗ੍ਹਾ ਨਹੀਂ ਸੀ, ਜਿਵੇਂ ਬਾਅਦ 'ਚ ਸਾਨੂੰ ਅਗਲੇ ਸਮਿਆਂ 'ਚ ਮਿਲੀਆਂ, ਠੀਕ ਆ। ਮੇਨ ਗੱਲ ਇਹ ਆ, ਰਾਜੇ ਨਹੀਂ ਸੀ, ਸ਼ਾਸਨ ਨਹੀਂ ਸੀ, ਲੜਾਈਆਂ ਨਹੀਂ ਸੀ, ਵਪਾਰੀ ਵਰਗ ਸੀਗਾ। ਵਪਾਰੀ ਵਰਗ ਕੋਲ ਪੈਸਾ ਵੀ ਸੀ, ਵਪਾਰੀ ਵਰਗ ਦਾ ਬਿਜ਼ਨਸ ਵੀ ਦਿਸਦਾ ਸੀ। ਕਿਵੇਂ ਯਾਰ? ਜੇ ਵਪਾਰੀ ਸੀ ਤਾਂ ਹੀ ਸੀਲਜ਼ ਸੀ। ਜੇ ਰਾਜੇ ਹੁੰਦੇ ਉਸ ਟਾਈਮ ਤਗੜੇ, ਫਿਰ ਤਲਵਾਰਾਂ ਦਿਸਦੀਆਂ। ਤਲਵਾਰਾਂ ਨਹੀਂ ਮਿਲੀਆਂ ਸਾਨੂੰ ਉਸ ਇਲਾਕੇ ਦੀਆਂ। ਸਾਨੂੰ ਤਗੜੇ ਮਹਿੰਗੇ ਰੱਥ ਨਹੀਂ ਮਿਲੇ। ਇਹਦਾ ਮਤਲਬ ਰਾਜਾ ਵਰਗ ਜਾਂ ਕੁਲੀਨ ਵਰਗ, ਅਮੀਰ ਵਰਗ ਸੀਗਾ ਹੀ ਨਹੀਂ। ਇੱਕ ਪੱਲੇ ਪੈ ਗਈ ਨਾ ਕਿ ਕੁਲੀਨ ਵਰਗ ਸੀ ਨਹੀਂ ਉੱਥੇ। ਤਾਂ ਇਹ ਕਹਿ ਸਕਦੇ ਹਾਂ ਕਿ ਹਥਿਆਰ ਜਾਂ ਤਾਂ ਸੀਗੇ ਨਹੀਂ ਤੇ ਜਾਂ ਹੈ ਜੋ ਵੀ ਸੀਗਾ, ਠੀਕ ਆ। ਤਾਂ ਹੁਣ ਉੱਥੇ ਅੱਗੇ ਨੈਕਸਟ ਆ ਗਿਆ ਕਿ ਉਸ ਟਾਈਮ ਫਿਰ ਜੇ ਰਾਜੇ ਨਹੀਂ ਸੀ
कि बिल्डिंगां भी नहीं सी जां अमीर वर्ग सीगा ही नहीं। की मतलब निकल के आउंदा है, कहंदे ਇਹ ਤਾਂ ਕਹਿ ਸਕਦੇ ਆ कि ਮੋਹਿੰਜੋਦਾੜੋ शहर ਆ ਜਿਹੜਾ ਉੱਥੇ ਪੈਲੇਸਿਸ मिले आ, बट ਇਹ ਨੀਗਾ कि ਉੱਥੇ ਕੋਈ ਰਾਜਿਆਂ ਦੇ बड़े तख्तपोश ਜਾਂ बड़े तगड़े तगड़े सिर ते ਬੰਨਣ वाले ताज मिले होण ਜਾਂ तलवारां ਜਾਂ ਹੋਰ सबूत ਐਵੇਂ ਦਾ कुछ भी नहीं मिलिया। इट मीनस कुलीन वर्ग सीगा, बट ਜਿਹੜਾ राजा हुंदा सी ना ਉਹ शायद कल्पना है मेरी, शायद राजा तलवारां वाला ਤਾਂ राजा नहीं सी हुंदा, ਉਹ ਰਿਸ਼ੀ ਜਾਂ ਕਿਸੇ ਮੁਨੀ ਨੂੰ ਰਾਜਾ ਕਹਿੰਦੇ ਹੁੰਦੇ ਸੀ। ਮਤਲਬ ਉੱਥੇ ਫਾਈਟਰ ਕਿੰਗ ਨਹੀਂ ਸੀਗਾ, ਲੜਾਕੂ ਰਾਜਾ ਨਹੀਂ ਸੀਗਾ, ਪ੍ਰੀਸਟ ਕਿੰਗ ਸੀਗਾ। मतलब ਪ੍ਰੀਸਟ ਕਿੰਗ ਸਮਝ ਗਏ ਨਾ, ਪੁਜਾਰੀ ਰਾਜਾ, ਕਿ ਉਹ ਰਾਜਾ ਕਮ ਪੁਜਾਰੀ ਹੋ ਸਕਦਾ। ਇਹ ਕਲਪਨਾ ਨੇ ਕਿ ਹਾਂ ਇੱਥੋਂ ਆਪਾਂ ਇਹ ਆਈਡੀਆ ਲਾ ਸਕਦੇ ਹਾਂ ਉਹਨਾਂ ਬਾਰੇ, ਠੀਕ ਆ। ਸੋ ਇਹ ਆਪਾਂ ਨੂੰ ਤਕਰੀਬਨ ਪਤਾ ਲੱਗ ਗਿਆ ਕਿ ਪਰ ਭਗਵਾਨ 'ਚ ਵਿਸ਼ਵਾਸ ਸੀ, ਨਹੀਂ ਤਾਂ ਯੋਨੀ ਲਿੰਗ ਦੀ ਪੂਜਾ ਕਿਉਂ ਕਰਦੇ है ना। इंसान के जन्म मरण च यकीन रखते सी, नहीं तो एक माँ के गर्भ च एक बच्चा पैदा हो रहा, ਇਹਦਾ मिट्टी का मॉडल क्यों बनाते, ओबवियस जी गल है। नैक्सट उस तो बाद अगे आ गया अपने को रिलीजियस प्रैक्टिसिस, किस तरीके दी रिलीजियस प्रैक्टिस सीगियां उन्हां दियां, ठीक है। ज़्यादातर तो असीं ये नहीं कह सकते कि कोई धार्मिक चीज़ां बहुत ज़्यादा मिलियां, ਇਹਦਾ मतलब धर्म के मामले च कोई बहुत ज़्यादा तरजीह नहीं सीगी। आलमोस्ट सैकुलर धर्म निरपक्ष सोसाइटी सी, मतलब धर्म का कोई पक्ष नहीं सी हैगा, ठीक है। तो होर जे आपां कहीए पर धर्म के सबूत तो मिलते हैं। ग्रेट बाथ, बहुत वड्डा टब मोहिंजोदाड़ो च मिलता है, जिथे इशनान महान इशनान घर जिहड़ा है वो मिलिया। मूर्ति पूजा जिहड़ा सीगा उहदे वास्ते फायर एल्टर्स मिलते हैं, ठीक है। एक मदर गॉडेस की पूज मिलती है जिहड़ी अपने एक बच्चे नूं जन्म दे रही है, ठीक है। पशुपति भगवान जिहड़ा कि शिव जी का पुराना रूप है, ਉਹਦੇ ਵਰਗਾ ਕੋਈ ਰਿਸ਼ੀ ਬੈਠਾ ਇੱਕ ਸੀਲ ਤੇ ਮਿਲਦਾ ਹੈ, ਜਿਹਦੇ ਆਲੇ ਦੁਆਲੇ ਇੱਕ ਬਲਦ, ਇੱਕ ਰਾਈਨੋ, ਇੱਕ ਗਾਂਡਾ, ਇੱਕ ਟਾਈਗਰ ਵਗੈਰਾ ਸੀਗੇ, ਠੀਕ ਆ। ਇਸ ਤੋਂ ਬਿਨਾ ਇੱਕ ਜਿਹੜੀ ਦੱਸਿਆ ਹੋਇਆ ਪਸ਼ੂਪਤੀ ਮਹਾਦੇਵ ਦੀ ਜਿਹੜੀ ਉਹ ਆ, ਐਲੀਫੈਂਟ, ਟਾਈਗਰ, ਰਾਈਨੋ, ਬਫੈਲੋ ਤੇ ਪੈਰਾਂ ਦੇ ਵਿੱਚ 2 ਡੀਅਰ ਆ, 2 ਹਿਰਨ ਬੈਠੇ ਹੋਏ ਆ। ਤੇ ਮੈਨੂੰ ਲੱਗਦਾ ਆਪਾਂ ਸੀਲ ਦੇਖੀ ਵੀ ਹੈ ਪਿਛਲੇ ਲੈਕਚਰ 'ਚ, ਕੱਲ੍ਹ ਵਾਲੇ ਲੈਕਚਰ 'ਚ ਆਪਾਂ ਇਸ ਸੀਲ ਨੂੰ ਯੂਜ਼ ਦੇਖਿਆ ਵੀ ਆ। ਉਹ ਆ ਰਹੀ ਟੁੱਟੀ ਹੋਈ ਸੀਲ ਆ, ਠੀਕ ਆ। ਤਾਂ ਇਹਨੂੰ ਦੇਖ ਸਕਦੇ ਹੋ, ਹਾਥੀ ਆ, ਸਾਰਾ ਕੁਝ ਜੋ ਵੀ ਹੈ, ठीक है। फिर उस तो बाद लिंगा इंसान प्राइवेट पार्ट, ठीक है, जिन्होंने फालूस कहा जाता सी, औरत का प्राइवेट पार्ट जिन्होंने योनी वगैरह कहा जाता है, उन्होंने पार्ट्स की पूजा होंगी है। पिपल के रुख नूं लैके सीगा, ठीक है। कुछ जानवरों नूं लैके सबूत मिले आ, ठीक है। एक सिंग वाला गैंडा वो सील्स ते सी, शायद उन्होंने पूजिया जाता होवे, मे बी पॉसीबिलिटी है, कुछ भी नहीं कह सकते। हाँ, पर गां की पूजा के सबूत नहीं मिले, ਜਿਹੜੇ ਅੱਗੇ ਜਾ ਕੇ ਆਰੀਅਨਸ ਦੇ ਵਿੱਚ ਗਾਂ ਬਹੁਤ ਮਸ਼ਹੂਰ ਹੋ ਜੂਗੀ। ਇੱਥੇ ਗਾਂ ਦੀ ਪੂਜਾ ਦਾ ਕੋਈ ਸਬੂਤ ਨਹੀਂ ਮਿਲਿਆ, ਠੀਕ ਹੈ ਨਾ। ਸੋ ਫਾਇਰ ਐਲਟਰਸ ਕਾਲੀਆਂ ਬੰਗਾਂ ਦੇ ਵਿੱਚ ਤੇ ਲੋਥਲ 'ਚ ਤੁਹਾਨੂੰ ਇਸ ਤਰੀਕੇ ਦੇ ਉਹ ਮਿਲੇ ਆ, मतलब यज्ञ करने वास्ते आप कह सकते हैं कि जो भी वैदियां या कुछ भी कह सकते हैं आपां नूं वो मिले आ, ठीक है। तो थोड़ा बहुता एवें भी आ कि शायद फायरस वाले मिले आ, इहदा मतलब कुछ काला जादू टूणा टाइप कुछ करते होणगे, ठीक है ना। उस समय भी कुछ इस तरीके का शायद हुंदा होवे। बाकी खैर टूणे का कंसैप्ट तो देखो चलो गल्लां चों निकल आया, ठीक है। पुराने टाइमां च हुंदा की सीगा कि पिंडां दे विच डॉक्टर वगैरह नहीं सी हुंदे, ठीक है। ਤਾਂ ਉਹ ਕੀ ਹੁੰਦਾ ਸੀਗਾ ਕਿ ਪਿੰਡ ਦੀ ਨਾ ਇੱਕ ਚਰਾਹਾ ਹੁੰਦਾ ਸੀਗਾ, ਠੀਕ ਹੈ। ਕਿ ਜਿਵੇਂ ਸਪੋਜ਼ ਕਰੋ ਕਿ ਆਪਾਂ ਨੂੰ ਇਹ ਪਤਾ ਹੈ ਕਿ ਹਾਂ ਕਿ ਉਸ ਪਿੰਡ ਦੇ ਲੋਕਾਂ ਨੇ ਉਸ ਇਲਾਕੇ 'ਚੋਂ ਲੰਘ ਰਹੇ ਡਾਕਟਰ ਨੂੰ ਇਹ ਦੱਸਣਾ ਹੁੰਦਾ ਸੀਗਾ ਕਿ ਸਾਡੇ ਪਿੰਡ ਕੋਈ ਬਿਮਾਰ ਆ, ਠੀਕ ਆ। ਤਾਂ ਉਹ ਇਸ ਚਰਾਹੇ 'ਚ ਕੁਛ ਰੱਖ ਜਾਂਦੇ ਸੀਗੇ, ਠੀਕ ਹੈ। ਤਾਂ ਇਸ ਚਰਾਹੇ 'ਚ ਕੁਛ ਰੱਖ ਜਾਂਦੇ ਸੀ, ਇਹਦਾ ਮਤਲਬ ਕਿ ਡਾਕਟਰ ਇੱਥੋਂ ਆ ਰਹੇ ਡਾਕਟਰ ਨੂੰ ਇੱਥੇ ਕੋਈ ਪਿੰਡ ਵਸਿਆ ਹੋਇਆ, ਤਾਂ ਉਸ ਆ ਰਹੇ ਡਾਕਟਰ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਸ ਚਰਾਹੇ ਦੇ ਨੇੜੇ ਆਹ ਪਿੰਡ ਆ, कि इस पिंड चों मैनूं कोई कॉल आई है। तो फिर उस पिंड के मोढी घर नूं पुछ लैंदा सीगा कि बई इत्थे कोई बीमार आ, ठीक है। तो ये चराहे ते रखी हुई आ चीज़ किसी बीमार बंदे नूं ठीक करन दे परपस नाल साडे सोसाइटी च आई, तो हुण असीं कहानी पलटदी है, ठीक है। तो देखो मतलब गल कुछ नहीं गी, मैं ये नहीं कह रहा कि जिहड़ा शख्स इस टूणे च विश्वास करदा है वो अपना विश्वास खत्म कर ले। इस दुनिया च विश्वास तो उपर कुछ नहीं हैगा, ठीक है। विश्वास लास्ट स्टेज आ, ਜਦੋਂ ਬੰਦਾ ਕਿਸੇ ਖਤਰਨਾਕ ਬਿਮਾਰੀ ਤੋਂ ਵੀ ਪੀੜਤ ਹੁੰਦਾ ਨਾ ਤੇ ਉਸ ਤੋਂ ਬਾਅਦ ਅਗਲੀ ਸਟੇਜ ਉਹਦੀ ਮੌਤ ਹੁੰਦੀ ਆ, ਉਦੋਂ ਵੀ ਇਹ ਵਿਸ਼ਵਾਸ ਹੈ ਜਿਹੜਾ ਉਹਨੂੰ ਬਚਾਈ ਰੱਖਦਾ ਕਿ ਚਲੋ ਠੀਕ ਆ। ਤਾਂ ਵਿਸ਼ਵਾਸ ਨਹੀਂ, ਬਟ ਹਾਂ ਇਹ ਜ਼ਰੂਰ ਆ ਕਿ ਸਾਨੂੰ ਐਟਲੀਸਟ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਇੱਕ ਆ ਵੀ ਪੱਖ ਆ, ਤੁਸੀਂ ਮੇਰੀ ਗੱਲ ਨੂੰ ਸੁਣੋ ਤੇ ਮੇਰੀ ਗੱਲ ਜੇ ਤੁਹਾਨੂੰ ਨਹੀਂ ਪਸੰਦ ਆਈ ਤੁਸੀਂ ਇਹਨੂੰ ਖਾਰਜ ਵੀ ਕਰ ਸਕਦੇ ਹੋ,
ਜਿੰਨੀ ਪਿਆਰ ਨਾਲ ਤੁਸੀਂ ਮੇਰੀ ਗੱਲ ਨੂੰ ਸੁਣ ਰਹੇ ਹੋ ਉਨੇ ਹੀ ਪਿਆਰ ਨਾਲ ਤੁਸੀਂ ਮੇਰੀ ਇਸ ਗੱਲ ਨੂੰ ਖਾਰਜ ਕਰ ਸਕਦੇ ਹੋ। ਬਟ ਮੈਂ ਕਹਿਣਾ ਸੀ, ਮੈਂ ਦੱਸਦਾ ਕਿ ਆ ਵੀ ਇੱਕ ਕਾਰਨ ਰਿਹਾ ਸੀਗਾ ਪੁਰਾਣੇ ਟਾਈਮਾਂ 'ਚ, ਠੀਕ ਆ। ਇਹ ਵੀ ਉਹੀ ਲੋਕ ਦੱਸਦੇ ਆ, ਜਿਵੇਂ ਸਾਡੇ ਸਮਾਜ ਦਾ ਇੱਕ ਹਿੱਸਾ ਸਾਨੂੰ ਇਹ ਦੱਸਦਾ ਨਾ ਕਿ ਤੁਸੀਂ ਇਹ ਟੂਣਾ ਕਰੋਗੇ ਤਾਂ ਹਾਂ ਤੁਹਾਡੇ ਦੁਸ਼ਮਣ ਦਾ ਨੁਕਸਾਨ ਤੇ ਤੁਹਾਡਾ ਭਲਾ ਹੋਊਗਾ, ਤਾਂ ਇੱਕ ਵਰਗ ਇਹ ਵੀ ਦੱਸਦਾ ਹੈ ਕਿ ਪੁਰਾਣੇ ਟਾਈਮ 'ਚ ਇਹਦਾ ਪਰਪਸ ਕੀ ਸੀਗਾ, ਠੀਕ ਆ। ਤੁਸੀਂ ਕਿਸੇ ਵੀ ਗੱਲ ਤੇ ਯਕੀਨ ਕਰ ਸਕਦੇ ਹੋ, ਤੁਹਾਡਾ ਹੱਕ ਆ ਉਸ ਚੀਜ਼ ਤੇ। ਗੱਲ ਕਰਦੇ ਹਾਂ ਹੜੱਪਨਸ ਜਾਂ ਸਿੰਧੂ ਘਾਟੀ ਵਾਲਿਆਂ ਦੇ ਵੇਲੇ ਪਾਈ ਜਾਣ ਵਾਲੀਆਂ ਲਿਪੀ ਸਕ੍ਰਿਪਟ। ਇਹ ਉਹ ਸਕ੍ਰਿਪਟ ਆ ਜਿਹਨੂੰ ਹਜੀ ਅੱਜ ਤੱਕ ਮਤਲਬ ਕਿ ਅਸੀਂ ਤਗੜੀ ਤੋਂ ਤਗੜੀ ਕੋਡਿੰਗ ਡਿਕੋਡਿੰਗ ਕਰ ਲਈ, ਪਰ ਕਮਾਲ ਦੀ ਗੱਲ ਆ ਸਾਡੇ ਕੋਲ ਸਾਡੀ ਸਭ ਤੋਂ ਪੁਰਾਣੀ ਸੱਭਿਅਤਾ ਹਜੇ ਡੀਕੋਡ ਨਹੀਂ ਹੋਈ, ਠੀਕ ਆ ਨਾ। ਕਿ ਉਦੋਂ ਕਿਹਨੂੰ ਕੀ ਲਿਖਿਆ ਹੋਊਗਾ ਇਹ ਨਹੀਂ ਹਜੇ ਤੱਕ ਸਾਡੇ ਕੋਲ ਡੀਕੋਡ ਹੋਇਆ। ਤਾਂ ਬਸ ਇੰਨਾ ਕੁ ਕਹਿ ਸਕਦੇ ਹਾਂ ਕਿ ਜਿਹੜੀ ਉਹ ਸੱਭਿਅਤਾ ਸੀ ਉਹਦੇ 'ਚ ਲਿਖਿਆ ਪੁੱਠੇ ਪਾਸਿਓਂ ਐ ਜਾਂਦਾ ਸੀ, ਐਂ ਕਰਕੇ ਐਂ ਕਰਕੇ ਐਂ ਕਰਕੇ ਐਂ। ਹੁਣ ਇਹ ਨਾ ਕਹਿ ਦਿਓ ਕਿ ਉਰਦੂ ਸੀ, ਉਰਦੂ ਐਂ ਹੀ ਲਿਖੀ ਜਾਂਦੀ ਆ, ਉਹ 'ਚ ਵਾਪਸੀ ਦਾ ਕੋਈ ਸਕੋਪ ਨਹੀਂ ਹੁੰਦਾ, ਇਹ 'ਚ ਅੱਗੇ ਜਾ ਕੇ ਵਾਪਸ ਵੀ ਆਇਆ ਜਾਂਦਾ ਹੈ, ਠੀਕ ਹੈ ਨਾ। ਤਾਂ ਇਸ ਲਿਪੀ ਦੇ ਲਿਖਣ ਦਾ ਮੇਨ ਇਹ ਕਨਸੈਪਟ ਤੁਹਾਨੂੰ ਮੈਂ ਦੱਸਦਾ ਹਾਂ। ਤਾਂ ਇਹ ਲਿਪੀ ਦੇ ਕੁਝ ਸ਼ਬਦ ਜਿਹੜੇ ਆ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰਤੇ ਆ। ਜ਼ਿਆਦਾਤਰ ਜਿਹੜੀ ਸੀਗੀ ਲਿਪੀ ਜਿਹੜੀ ਸੀ ਉਹਦੇ 'ਚ ਮੂਰਤਾਂ ਹੀ ਬਣੀਆਂ ਹੋਈਆਂ ਨੇ, ਠੀਕ ਆ। ਸੋ ਕਹਿ ਸਕਦੇ ਹਾਂ ਕਿ ਜ਼ਿਆਦਾ ਪਿਕਚਰਸ ਨੇ, ਪਿਕਟੋਗ੍ਰਾਫਿਕ ਹੈ ਸਕ੍ਰਿਪਟ ਆ ਜਿਹੜੀ, ਠੀਕ ਹੈ, ਚਿੱਤਰਕਾਰੀ ਵਾਲੀ ਆ, ਨਾ ਕਿ ਇਹ ਕੋਈ ਵਰਣਮਾਲਾ ਵਾਲੀ ਆ ਜਿਹਨੂੰ ਆਪਾਂ ਅਲਫਾਬੈਟੀਕਲ ਕਹਿ ਸਕਦੇ ਹਾਂ, ਠੀਕ ਹੈ ਨਾ। ਤਾਂ ਇਹ ਸਾਨੂੰ ਮੇਨ ਪਤਾ ਹੋਣਾ ਚਾਹੀਦਾ ਹੈ। ਤੇ ਬਾਕੀ ਮੇਨ ਗੱਲ ਇਹਦੇ 'ਚ ਇਹ ਵੀ ਆ ਕਿ ਇਹ ਲਿਪੀ ਜਿਹੜੀ ਸੀਗੀ ਉਹ ਸਾਨੂੰ ਦੂਜੇ ਇਲਾਕਿਆਂ ਨਾਲ ਜੋੜਦੀ ਜ਼ਰੂਰ ਸੀਗੀ, ਠੀਕ ਆ। ਤੇ ਇਸ ਲਿਪੀ ਨੂੰ ਵੱਖਰੇ ਵੱਖਰੇ ਇਲਾਕਿਆਂ 'ਚ ਵੱਖਰੇ ਵੱਖਰੇ ਨਾਮ ਨਾਲ ਵੀ ਬੁਲਾਇਆ ਗਿਆ ਸੀਗਾ, ਠੀਕ ਹੈ। ਸੋ ਲੈਟਸ ਅੱਗੇ ਚੱਲਦੇ ਆਪਾਂ। ਹੁਣ ਅੱਗੇ ਆਪਣੇ ਕੋਲ ਆ ਗਿਆ ਕਰਾਫਟ ਪ੍ਰੋਡਕਸ਼ਨ। ਕਿ ਕਰਾਫਟ ਪ੍ਰੋਡਕਸ਼ਨ ਕੀ ਆ, ਠੀਕ ਆ। ਉਸ ਟਾਈਮ 'ਚ ਜਿਹੜੇ ਸਾਡੇ ਕਰਾਫਟ ਪ੍ਰੋਡਕਸ਼ਨ 'ਚ ਆ ਗਿਆ ਆਪਣੇ ਕੋਲ ਕਿ ਉਸ ਟਾਈਮ ਬਣਨ ਵਾਲੀਆਂ ਬ੍ਰੌਂਜ਼ ਦੀਆਂ ਜਾਂ ਕਹਿ ਲਓ ਕਾਂਸੇ ਦੀਆਂ, ਤਾਂਬੇ ਦੀਆਂ ਮੂਰਤਾਂ, ਮਿੱਟੀ ਦੇ ਮਾਡਲ, ਠੀਕ ਆ, ਕੱਚ ਦੀਆਂ ਚੂੜੀਆਂ, ਇਹੋ ਜਿਹਾ ਕੀ ਕੁਛ ਸੀਗਾ ਜੋ ਅਸੀਂ ਉਸ ਟਾਈਮ ਬਣਾਇਆ ਹੈ, ਠੀਕ ਆ। ਸ਼ਿਲਪਕਾਰੀ 'ਚ ਕੀ ਬਣਾਇਆ ਸੀਗਾ, ਠੀਕ ਆ। ਜਿਵੇਂ ਸਕਲਪਚਰਿੰਗ 'ਚ ਤਾਂ ਹੋ ਜਾਂਦਾ ਭਵਨ ਨਿਰਮਾਣ, ਤੇ ਸ਼ਿਲਪਕਾਰੀ ਜਿਹੜੀ ਆ, ਠੀਕ ਆ, ਕਰਾਫਟਿੰਗ 'ਚ ਹੋ ਜਾਂਦਾ ਹੈ ਆਪਣੇ ਕੋਲ ਮੂਰਤਾਂ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਬਣਾਉਣਾ। ਇਹ ਦੋ ਸ਼ਬਦਾਂ 'ਚ ਸ਼ਿਲਪਕਾਰੀ 'ਚ ਤੇ ਸਕਲਪਚਰਸ ਦੇ ਵਿੱਚ ਫਰਕ ਹੁੰਦਾ ਹੈ। ਤੇ ਇਹਦੇ ਲਈ ਸਭ ਤੋਂ ਮਸ਼ਹੂਰ ਸ਼ਹਿਰ ਸੀਗਾ ਚੁੰਦਹਾਰੋ। ਇਹ ਸ਼ਹਿਰ ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਸੀਗਾ। ਕਿੱਥੇ ਸੀਗਾ? ਸਿੰਧ ਪ੍ਰਾਂਤ 'ਚ, ਠੀਕ ਆ। ਇਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਸ਼ਹਿਰ ਸੀਗਾ। ਹਾਂ, ਉਸ ਟਾਈਮ ਮਿਲੀਆਂ ਦੋ ਬਹੁਤ ਖਾਸ ਮਹੂਰਤਾਂ ਸਾਡੇ ਕੋਲ। ਇਹ ਬ੍ਰੌਂਜ਼ ਦੀ ਬਣੀ ਹੋਈ ਇੱਕ ਡਾਂਸਿੰਗ ਗਰਲ ਦਾ, ਜਿਹਦੀ ਇੱਕ ਪੂਰੀ ਐਂਕਲੈਟ ਜਿਹੜੀ ਆ ਭਰੀ ਹੋਈ ਆ, ਨੂਡ ਹੈ, ਠੀਕ ਆ, ਬਿਲਕੁਲ। ਇਹਦੇ ਨੇੜੇ ਇੱਕ ਬੀਅਰਡ ਪ੍ਰੀਸਟ ਆ ਜਿਹਦੀ ਬਾਜੂ ਨਹੀਂ ਹੈਗੀ, ਠੀਕ ਆ। ਤਾਂ ਇਹ ਇੱਕ ਮਤਲਬ ਕਿ ਕਹਿ ਲਓ ਕਿ ਇੱਕ ਪ੍ਰੀਸਟ ਦੇ ਤੌਰ ਤੇ ਇਹਨੂੰ ਸਿੰਬਲਾਈਜ਼ ਕੀਤਾ ਗਿਆ ਹੈ, ਠੀਕ ਆ। ਤਾਂ ਇਹ ਇੱਕ ਗੋਡੈਸ ਦੇ ਤੌਰ ਤੇ ਹੋ ਸਕਦੀ ਆ, ਠੀਕ ਆ ਨਾ। ਤਾਂ ਇਹ ਆਪਣੇ ਆਪ 'ਚ ਇਹਦਾ ਸਾਡੇ ਕੋਲ ਟੈਰਾਕੋਟਾ ਮਾਡਲ ਆ, ਤੇ ਇਹ ਸਾਡੇ ਕੋਲ ਬ੍ਰੌਂਜ਼ ਦੀ ਮਿਲੀ ਹੋਈ ਆ, ਮੋਹਿੰਜੋਦਾੜੋ 'ਚੋਂ ਮਿਲੀ ਸੀਗੀ ਇਹ, ਠੀਕ ਆ। ਸੋ ਇਹ ਦੋ ਚੀਜ਼ਾਂ ਸਾਨੂੰ ਇਹ ਦੱਸਦੀਆਂ ਕਿ ਉਸ ਟਾਈਮ ਕਿਤੇ ਨਾ ਕਿਤੇ ਕੋਈ ਪ੍ਰੀਸਟ ਕਿੰਗ ਜਾਂ ਕੋਈ ਪੁਜਾਰੀ ਰਾਜਾ ਨਾਮ ਦਾ ਕਨਸੈਪਟ ਹੋਵੇ, ਜਿਸ ਤਰੀਕੇ ਨਾਲ ਉਹਦਾ ਪਹਿਰਾਵਾ ਹੈ ਤੇ ਜਿਸ ਤਰੀਕੇ ਨਾਲ ਇਹ ਔਰਤ ਆ, ਤਾਂ ਇਹ ਕੋਈ ਨ੍ਰਿਤੰਗਣੀ ਹੋ ਸਕਦੀ ਆ, ਕੋਈ ਡਾਂਸਿੰਗ ਗਰਲ ਹੋ ਸਕਦੀ ਆ, ਠੀਕ ਆ, ਰਾਜੇ ਦੇ ਦਰਬਾਰ 'ਚ ਕੰਮ ਕਰਨ ਵਾਲੀ ਜਾਂ ਗਾਉਣ ਵਾਲੀ ਕੋਈ ਔਰਤ ਹੋ ਸਕਦੀ ਆ। ਤਾਂ ਇੱਥੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ, ਇਕੁਏਸ਼ਨਾਂ ਨੂੰ ਜੋੜ ਕੇ ਹੀ ਉਦੋਂ ਦਾ ਇਤਿਹਾਸ ਲਿਖਿਆ ਗਿਆ ਹੈ। ਇਤਿਹਾਸ ਐਗਜ਼ੈਕਟ ਉਵੇਂ ਹੀ ਆ ਜਿਵੇਂ ਅਸੀਂ ਸੋਚ ਰਹੇ ਹਾਂ। ਇਹ 100% ਸੱਚ ਨਹੀਂਗਾ, ਇਟ ਇਜ਼ ਨੋਟ ਅ ਲਾਸਟ ਟਰੂਥ, ਠੀਕ ਆ। ਇਸ ਤੋਂ ਅੱਗੇ ਵੀ ਕੋਈ ਸੱਚ ਹੋ ਸਕਦਾ ਜਿਹਦੇ ਬਾਰੇ ਸ਼ਾਇਦ ਅਜੇ ਸਾਨੂੰ ਨਹੀਂ ਪਤਾ, ਠੀਕ ਆ। ਤਾਂ ਹੁਣ ਜੇ ਅਸੀਂ ਗੱਲ ਕਰੀਏ ਉਹਨਾਂ ਸਮਿਆਂ 'ਚ ਜਿਹੜੇ ਸ਼ਹਿਰ ਸੀਗੇ, ਮੇਨ ਸ਼ਹਿਰ ਜਿਹੜੇ ਸੀਗੇ ਉਹ ਦੋ, ਇੱਕ ਨਗੇਸ਼ਵਰ ਤੇ ਇੱਕ ਜੰਮੂ ਕਸ਼ਮੀਰ ਦਾ ਬਾਲਾਕੋਟ। ਇੱਥੇ ਸਟੇਟਾਈਟ, ਇਹ ਇੱਕ ਪੱਥਰ ਆ, ਸੌਫਟ ਪੱਥਰ ਕਹਿ ਦਿੰਦੇ ਜਿਹਨੂੰ, ਜਿਹਦੀਆਂ ਸੀਲਸ ਵੀ ਬਹੁਤ ਬਣੀਆਂ ਤੇ ਇਹਦੀਆਂ ਹੋਰ ਵੀ ਇਹਦੇ ਕਈ ਆਬਜੈਕਟ ਜਿਹੜੇ ਆ ਉਹ ਬਣਾਏ ਜਾਂਦੇ ਸੀਗੇ, ਠੀਕ ਆ। ਜ਼ਿਆਦਾਤਰ ਇਸ ਮੈਟਲ ਨੂੰ, ਸਟੇਟਾਈਟ ਜਿਹੜਾ ਮੈਟਲ ਸੀਗਾ, ਇਹਨੂੰ ਸੀਲਸ ਬਣਾਉਣ ਦੇ ਕੰਮ ਲਿਆਂਦਾ ਗਿਆ। ਹੋਰ ਵੀ ਇਹ ਤੋਂ ਬਹੁਤ ਸਾਰੇ ਮਤਲਬ ਕਿ ਕਰਾਫਟਿੰਗ ਦੇ ਕੰਮ ਲਏ ਗਏ ਆ, ਠੀਕ ਆ। ਤੇ ਚੂੜੀਆਂ ਦਾ ਕੰਮ ਜਿਹੜਾ ਸੀਗਾ ਉਹ ਜ਼ਿਆਦਾ ਚੁੰਦਹਾਰੋ 'ਚ ਕੀਤਾ ਗਿਆ ਸੀਗਾ, ਠੀਕ ਆ, ਜਾਂ ਕਾਲੀਆਂ ਵੰਗਾਂ 'ਚ ਸੀਗਾ, ਠੀਕ ਆ। ਸੋ ਇੱਕ ਹੋਰ ਗੱਲ ਜਿਹੜੀ ਸਭ ਤੋਂ ਮੇਨ ਆ, ਉਸ ਸਮੇਂ ਇੱਕ ਪੋਟਰੀ ਸਮਝਦੇ ਹੋ, ਮਤਲਬ ਮਿੱਟੀ ਦੇ ਭਾਂਡੇ, ਠੀਕ ਆ, ਰੈੱਡ
ग्रे पॉटरी बहुत मशहूर सी उदों दी, लाल मिट्टी के भांडे जिहड़े सुरख लाल मिट्टी के भांडे वो भी बहुत मशहूर बने रहे उदों दे, ठीक है। उस तो बिना होर भी इस समय दीयां चीज़ां जिवें व्हील, ਜਿਹੜਾ ਆਪਾਂ ਕਹਿੰਦੇ ਆ ਕਿ ਉਸ ਟਾਈਮ ਰੱਥ ਜਾਂ ਉਹ ਟਾਂਗਾ ਚੱਲਦਾ ਸੀਗਾ ਤਾਂ ਇੱਕ ਗੋਲਕਾਰੀ ਵੀਲ ਜਿਹੜੇ ਸੀ ਉਹ ਵੀ ਉਸ ਟਾਈਮ ਦੀ ਇੱਕ ਖਾਸ ਚੀਜ਼ ਰਹੇ ਆ, ਠੀਕ ਆ। ਹਾਂ, ਜਿਹੜੀ ਉਸ ਟਾਈਮ ਦੀ ਪੋਟਰੀ ਸੀਗੀ ਉਹ ਜ਼ਿਆਦਾਤਰ ਰੈੱਡ ਪੋਟਰੀ ਆ, ਲਾਲ ਰੰਗ ਦੇ ਇੱਕ ਭਾਂਡੇ ਤੇ ਜਿਨ੍ਹਾਂ ਦੇ ਉੱਪਰ ਬਲੈਕ ਕਲਰ 'ਚ ਡਿਜ਼ਾਈਨ। ਮੈਂ ਕੋਸ਼ਿਸ਼ ਵੀ ਕੀਤੀ ਆ ਜਿਹੜੇ ਕਿ ਹੜੱਪਨ ਦੇ ਵੇਲੇ ਮਿਲੇ ਆ ਅਸੀਂ ਉਹਨਾਂ ਨੂੰ ਦੇਖ ਸਕੀਏ ਇਸ ਤਰੀਕੇ ਦੇ ਭਾਂਡੇ, ਠੀਕ ਆ ਨਾ। ਇਹ ਪੋਟਰੀ ਜਿਹੜੀ ਆ ਇਹਦੇ ਤੇ ਰੈੱਡ ਪੋਟਰੀ ਹੋ ਗਈ विद ब्लैक डिजाइनस, आ ब्लैक कलर के जिहड़े डिजाइन आ वो होए होए इहदे ते, ठीक है ना। सो ये चीज़ भी जरूर मिली है। तो हुण ये ज़्यादातर कुछ विचों सजावट वास्ते, कुछ पानी स्टोर करने वास्ते ते कुछ घरां च अनाज स्टोर करने वास्ते वरते जाते रहे होणगे, जिन्ना क आपां इहदे बारे आइडिया ला सकते हैं, ठीक है ना। तो दूजी गल ये भी आपां नूं पता है कि हड़प्पन कल्चर च जे सब तो वधिया कोई क्राफ्ट च चीज़ मिली है, ठीक है, शिल्पकारी च सब तो वड्डी चीज़ मिली है तो वो मिलियां उदों दियां की भला सील्स। ये तो दस्सण दी लोड़ ही नहीं क्योंकि वो आपां नूं आयतकार यानी कि रैक्टेंगुलर स्केयर नूं की कहंदे पंजाबी च वर्ग, ठीक है, वर्गी ਜਾਂ आयतकार रैक्टेंगुलर फॉर्म च मिलियां। इस तो बिना भी शेप्स सीगियां बट मेन मेजर तौर पे इस टाइप ਦੀਆਂ शेप्स ਦੀਆਂ मिलियां। स्टीटाइट बहुत सॉफ्ट मैटल तो लैके होर पत्थर हैवी पत्थर तक ਦੀਆਂ भी आपां ਨੂੰ अवेलेबल ਹੋਈਆਂ, ठीक है। ਤਾਂ ਇਹਨਾਂ ਸੀਲਸ ਦੇ ਉੱਪਰ ਕੀਤੀ ਗਈ ਕਲਾਕਾਰੀ ਤੋਂ ਸਾਨੂੰ ਬਹੁਤ ਕੁਝ ਪਤਾ ਲੱਗਾ। ਇਹਨਾਂ ਸੀਲਸ ਦੇ ਉੱਪਰ ਜਾਂ ਤਾਂ ਪਿੱਪਲ ਦਾ ਪੇੜ ਉਹਦੀ ਸ਼ਿਲਪਕਾਰੀ ਹੋਈ ਆ, ਠੀਕ ਹੈ, ਜਾਂ ਜਾਨਵਰ ਜਿਹੜੇ ਉਹਨਾਂ ਟਾਈਮਾਂ 'ਚ ਬੜੇ ਫ੍ਰੀਕੁਐਂਟਲੀ ਬੜੇ ਆਮ ਤੌਰ ਤੇ ਪਾਏ ਜਾਂਦੇ ਸੀ। ਜ਼ਿਆਦਾਤਰ ਸਾਨੂੰ ਗੌਟ, ਐਲੀਫੈਂਟ, ਰਾਈਨੋ ਇੱਕ ਸਿਰ ਵਾਲਾ ਗੈਂਡਾ, ਬਫਲੋ, ਮੱਝ, ਟਾਈਗਰ, ਠੀਕ ਆ। ਇਹ ਚੀਜ਼ਾਂ ਸਾਨੂੰ ਜ਼ਿਆਦਾਤਰ ਉੱਥੇ ਮਿਲੀਆਂ। सब तो वड्डी चीज़ जिहड़ी मशहूर चीज़ मिली है वो मैं तुहानूं दस ही दिता कि डांसिंग ब्रॉन्ज की कांसे की मिली डांसिंग गर्ल मोहनजोदाड़ो चों मिली है। प्रीस्ट हड़प्पा चों मिलिया सी, ये मोहनजोदाड़ो चों सीगी, ठीक है। सो ये उस टाइम की सब तो बेस्ट एग्जाम्पल कही जा सकती है, ठीक है। इस तो बिना मिट्टी के बने हुए भांडे आ जिहड़े मिट्टी के भांडे जिन्होंने आपां टैराकोटा कह दिंदे आ, की कह दिंदे आ टैराकोटा। इहदे च सानूं की मिलिया, इस टैराकोटा च सानूं वो भी मिले आ, हल भी मिले आ, ਤਾਂ ਹੀ ਤਾਂ ਪਤਾ ਲੱਗਾ ਕਿ ਖੇਤੀ ਕਰਦੇ ਸੀ ਹਲਾਂ ਨਾਲ। ਇਹਦੇ 'ਚ ਸਾਨੂੰ ਬਹੁਤ ਸਾਰੇ ਕਹਿ ਲਓ ਕਿ ਖਿਡੌਣੇ, ਜਾਨਵਰ, ਬਹੁਤ ਕੁਝ ਮਿਲਿਆ ਸਾਨੂੰ ਟੈਰਾਕੋਟਾ 'ਚ। ਮਿੱਟੀ ਦੇ ਮਾਡਲਾਂ 'ਚ ਬਹੁਤ ਕੁਝ ਮਿਲਿਆ ਤੇ ਮਿੱਟੀ ਦੇ ਜ਼ਿਆਦਾਤਰ ਜਿਹੜੇ ਭਾਂਡੇ ਆ ਜਾਂ ਮਿੱਟੀ ਦੇ ਜ਼ਿਆਦਾ ਮਾਡਲ ਆ ਜਿਹੜੇ ਉਹ ਸਾਨੂੰ ਹਰਿਆਣੇ 'ਚੋਂ ਮਿਲੇ ਆ, ਬਨਾਵਲੀ 'ਚੋਂ ਮਿਲੇ ਆ, ਰਾਖੀਗੜ੍ਹੀ 'ਚੋਂ ਮਿਲੇ ਆ ਤੇ ਇਹਦੇ ਨਾਲ ਕਾਲੀਆਂ ਬੰਗਾਂ 'ਚੋਂ, ਕਾਲੀਆਂ ਬੰਗਾ, ਚੁੰਦੂਹਾਰੋ 'ਚੋਂ ਤਾਂ ਮਿਲੇ ਹੀ ਮਿਲੇ ਆ, ਪਰ ਉਹਦੇ ਨਾਲ ਹਰਿਆਣੇ ਦੇ ਸ਼ਹਿਰਾਂ 'ਚ ਵੀ ਬਹੁਤ ਮਿਲੇ ਆ, ਠੀਕ ਆ। ਸੋ ਇਹ ਵੀ ਇੱਕ ਫੋਕਸ ਕਰਨ ਵਾਲੀ ਚੀਜ਼ ਆ ਸਾਨੂੰ ਇਹਦੇ 'ਚ, ਠੀਕ ਆ। ਹੁਣ ਉਸ ਤੋਂ ਬਾਅਦ ਨੈਕਸਟ ਅਗਲੀ ਚੀਜ਼ ਆਪਣੇ ਕੋਲ ਆ ਗਈ ਉਸ ਟਾਈਮ ਤੇ ਦਫਨਾਉਣ ਦਾ ਤਰੀਕਾ, ਠੀਕ ਆ। ਉਸ ਟਾਈਮ ਤੇ ਦਫਨਾਉਣ ਦੇ ਜਿਹੜੇ ਤਰੀਕੇ ਸੀਗੇ, ਤਰੀਕੇ ਨੂੰ ਇੰਗਲਿਸ਼ 'ਚ ਕਿਹਾ ਜਾਂਦਾ ਸਮਿਟਰੀ। ਤਾਂ ਇੱਕ R37 ਤਰੀਕਾ ਸੀਗਾ ਜਿਹੜਾ ਕਿ ਆਰਕੋਲੋਜਿਸਟ ਨੇ ਆਪ ਹੀ ਨਾਮ ਦਿੱਤੇ ਆ, ਠੀਕ ਆ। ਹੋਰ ਵੀ ਬੜੇ ਨਾਮ ਤਰੀਕੇ ਸੀਗੇ। ਜ਼ਿਆਦਾਤਰ ਉਹ ਦਫਨਾਉਣ 'ਚ ਇੱਕ ਚੀਜ਼ ਦਾ ਬੜਾ ਧਿਆਨ ਰੱਖਦੇ ਸੀਗੇ, ਠੀਕ ਆ। ਇੱਕ ਤੇ ਆਪਣੇ ਕਲਚਰ ਦਾ ਤੇ ਇੱਕ ਡਾਇਰੈਕਸ਼ਨ ਦਾ। ਨਾਰਥ ਸਾਊਥ ਦੇ ਵਿੱਚ, ਉੱਤਰ ਦੱਖਣ 'ਚ ਤੁਹਾਨੂੰ ਜ਼ਿਆਦਾਤਰ ਦਫਨਾਉਣ ਵਾਲੀਆਂ ਜਿਹੜੀਆਂ ਅਰਥੀਆਂ ਨੇ ਉਹ ਮਿਲਣਗੀਆਂ, ਠੀਕ ਆ। ਵੱਖਰੇ ਵੱਖਰੇ ਇਲਾਕੇ 'ਚ ਕਿਤੇ ਮੇਲ ਤੇ ਫੀਮੇਲ ਨੂੰ ਇਕੱਠੇ ਦਫਨਾਇਆ ਗਿਆ। ਇੱਥੋਂ ਇੱਕ ਸ਼ਾਇਦ ਗੱਲ ਦਾ ਭੁਲੇਖਾ ਪੈਂਦਾ ਕਿ ਕਿਤੇ ਮਰਦ ਦੇ ਮਰਨ ਨਾਲ ਕਿਤੇ ਔਰਤ ਨੂੰ ਨਾਲ ਹੀ ਨਹੀਂ ਸੀ ਮਤਲਬ ਕਿ ਦਫਨਾ ਦਿੰਦੇ। ਇਟ ਮੀਨਸ ਸਤੀ ਪ੍ਰਥਾ ਟਾਈਪ ਵੀ ਕੁਝ ਹੋ ਸਕਦਾ, ਟਾਈਪ ਕਿਹਾ ਮੈਂ। ਕਿਤੇ ਇਨਸਾਨ ਦੇ ਨਾਲ ਜਾਨਵਰ ਵੀ ਦਫਨਾ ਦਿੱਤਾ ਜਿਵੇਂ ਰੋਪੜ 'ਚ ਮਿਲਿਆ। ਕਿਤੇ ਇੱਕ ਇਨਸਾਨ ਦੇ ਦਫਨਾਉਣ ਨਾਲ ਉਹਦਾ ਸਾਰਾ ਸਮਾਨ ਵੀ ਦਫਨਾਤਾ ਕਿ ਇੱਕ ਇਨਸਾਨ ਦੇ ਮਰਨ ਤੋਂ ਬਾਅਦ ਉਹਦਾ ਸਾਰਾ ਸਮਾਨ ਵੀ ਉਹਦੇ ਨਾਲ ਹੀ ਭੇਜ ਦਿੰਦੇ ਸੀਗੇ। ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਈ ਜਗ੍ਹਾ ਤੋਂ ਸਾਨੂੰ ਐਂ ਲੱਗਿਆ ਕਿ ਦਫਨਾਉਣ ਤੋਂ ਪਹਿਲਾਂ ਕਿਸੇ ਬੰਦੇ ਨੂੰ ਅੱਧਾ ਜਲਾਇਆ ਗਿਆ ਹੈ, ਤਾਂ ਇਹ ਵੀ ਇੱਕ ਟ੍ਰੈਂਡ ਹੋ ਸਕਦਾ ਹੈ। ਸ਼ਾਇਦ ਕਿਸੇ ਬੰਦੇ ਨੂੰ ਜਲਾ ਕੇ ਦਫਨਾਇਆ ਗਿਆ, ਇਹਦਾ ਇੱਕ ਮਤਲਬ ਇਹ ਵੀ ਨਿਕਲ ਕੇ ਇਵੇਂ ਦੇ ਸਬੂਤ ਮਿਲੇ ਆ ਸਾਨੂੰ ਮੋਹਨਜੋਦਾੜੋ ਚੋਂ। ਇਹਦਾ ਮਤਲਬ ਇਹ ਆ ਕਿ ਸ਼ਾਇਦ ਫਿਰ ਕਿਸੇ ਨੇ, ਹੁਣ ਆਰਕੋਲੋਜਿਸਟ ਨੇ ਇੱਥੋਂ ਕੀ ਆਈਡੀਆ ਲਾਇਆ ਕਿ ਸ਼ਾਇਦ ਮੋਹਨਜੋਦਾੜੋ ਜਿਹੜਾ ਸੀਗਾ ਉੱਥੇ ਹਾਈਐਸਟ ਕੋਰਟ ਹੋਵੇ ਤੇ ਸ਼ਾਇਦ ਜਿਹੜੇ ਬੰਦੇ ਦਾ ਬਹੁਤ ਵੱਡਾ ਗੁਨਾਹ ਹੋਵੇ ਉਹਨੂੰ ਪਹਿਲਾਂ ਜਿੰਦਾ ਚਲਾ ਦਿੰਦੇ ਹੋਣ
ਤੇ ਅੱਧਾ ਮਾਰ ਕੇ ਫਿਰ ਉਹਨੂੰ ਦਫਨਾ ਦਿੰਦੇ ਹੋਣ, ਮੇਬੀ ਇਹ ਵੀ ਪੋਸੀਬਿਲਿਟੀ ਆ। ਤਾਂ ਇਹ ਵੱਖਰੇ ਵੱਖਰੇ ਇਲਾਕਿਆਂ ਚੋਂ ਵੱਖਰੇ ਵੱਖਰੇ ਬਰੀਅਲਸ, 2 ਜਣਿਆਂ ਦਾ ਇਕੱਠਾ, ਇੱਕ ਇਨਸਾਨ ਦੇ ਨਾਲ ਜਾਨਵਰ, ਨਾਲ ਭਾਂਡੇ ਮਿਲ ਜਾਂਦੇ ਆ, 2 ਜਣਿਆਂ ਦੇ ਇਕੱਠੇ, ਨਾਲ ਸਿੱਕੇ ਮਿਲੇ ਹੋਏ ਆ ਕਿਸੇ ਦੇ ਦਫਨਾਉਣ ਦੇ ਨਾਲ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਮ ਤੌਰ ਤੇ ਮਿਲੀਆਂ। ਨਾਰਥ ਸਾਊਥ ਡਾਇਰੈਕਸ਼ਨ, ਇਹ ਵੀ ਇੱਕ ਆਮ ਜੀ ਗੱਲ ਸੀਗੀ ਜਿਹੜੀ ਉਦੋਂ ਮਿਲੀ ਹੈ, ਠੀਕ ਆ। ਤਾਂ ਕੁਛ ਕਬਰਾਂ 'ਚ ਮਿੱਟੀਆਂ ਦੇ ਭਾਂਡੇ ਹੋ ਗਏ। ਇਹ ਕਨਸੈਪਟ ਮੈਂ ਤੁਹਾਨੂੰ ਦੱਸਦਾ, ਕਿਤੇ ਇੱਕ ਮਰਦ ਤੇ ਔਰਤ ਇਹਨਾਂ ਨੂੰ ਇਕੱਠੇ ਦਫਨਾਇਆ ਗਿਆ, ਉਹ ਮਿਲਿਆ ਇੱਥੇ, ਠੀਕ ਆ। ਤੇ ਦੂਸਰੀ ਗੱਲ ਮੇਨ ਤੁਹਾਨੂੰ ਮੈਂ ਦੱਸਦੀ, ਕਈ ਜਗ੍ਹਾ ਤੇ ਬਹੁਤ ਸਾਰੇ ਕੀਮਤੀ ਗਹਿਣੇ ਵੀ ਨਾਲ ਮਿਲੇ ਆ, ਤੇ ਇੱਕ ਡਾਇਰੈਕਸ਼ਨ ਜਿਹੜੀ ਆ, ਸਪੈਸੀਫਿਕ ਡਾਇਰੈਕਸ਼ਨ ਜਿਹੜੀ ਆ, ਠੀਕ ਆ, ਉਹ ਨਾਲ ਮਿਲੀਆਂ ਨੇ, ਠੀਕ ਆ। ਇਹਦੇ 'ਚ ਤਾਂ ਇਹ ਬੇਸਿਕਲੀ ਸੀਗਾ ਕਿ ਮਤਲਬ ਕਿ ਉਹ ਜਿਹੜੇ ਇਲਾਕੇ ਸੀਗੇ, ਠੀਕ ਆ, ਉਹ ਹੜੱਪਣ ਸੱਭਿਅਤਾ ਸੀਗੀ, ਉੱਥੇ ਕੀ ਕੀ ਅਵੇਲੇਬਲ ਸੀਗਾ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਕਿ ਇਸ ਸੱਭਿਅਤਾ ਦਾ ਅੰਤ ਕਿਵੇਂ ਹੋਇਆ। ਦੇਖੋ, ਜਦੋਂ ਅਸੀਂ ਇਸ ਸੱਭਿਅਤਾ ਦੇ ਅੰਤ ਦੀ ਗੱਲ ਕਰਦੇ ਆ ਨਾ, ਤਾਂ ਇਸ ਸੱਭਿਅਤਾ ਦੇ ਅੰਤ ਬਾਰੇ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ 1900 ਦੇ ਨੇੜੇ ਆਉਂਦੇ ਆਉਂਦੇ ਇਹ ਸੱਭਿਅਤਾ ਵੀਕ ਹੋਣ ਲੱਗ ਪਈ। ਵੀਕ ਹੋਣ ਦੇ ਕਾਰਨ ਬਹੁਤੇ ਜਗ੍ਹਾ ਤੋਂ ਸਾਨੂੰ ਨਹੀਂ ਪਤਾ ਲੱਗੇ। ਜਿਵੇਂ ਇੱਕੋ ਦਮ ਮੋਹਿੰਜੋਦਾੜੋ 'ਚ ਅਰਥੀਆਂ ਲਾਸ਼ਾਂ ਮਿਲਣੀਆਂ, ਹੱਡੀਆਂ ਮਿਲਣੀਆਂ, ਕੁਛ ਪਤਾ ਹੀ ਨਹੀਂ ਲੱਗਿਆ ਕਿ ਇੱਕੋ ਜਗ੍ਹਾ ਤੇ ਇੰਨੇ ਲੋਕ ਇਕੱਠੇ ਕਿਵੇਂ ਮਰ ਗਏ ਹੋਣਗੇ, ਠੀਕ ਆ। ਕੀ ਹੋਇਆ ਹੋਊਗਾ, ਕੋਈ ਬਹੁਤ ਇੰਸਟੈਂਟ ਮਹਾਮਾਰੀ, ਇੱਕੋ ਦਮ ਕਰੋਨਾ ਫੈਲ ਗਿਆ ਤੇ ਸਾਰਿਆਂ ਨੂੰ ਮਾਰ ਗਿਆ, ਕੀ ਹੋਇਆ ਹੋਊਗਾ, ਕੁਛ ਬਹੁਤਾ ਪਤਾ ਨਹੀਂ ਲੱਗਿਆ। ਬਹੁਤ ਵੱਡੇ ਲੈਵਲ ਤੇ ਹੜ੍ਹ ਆ ਗਏ ਹੋਣਗੇ, ਜਾਂ ਬਹੁਤ ਵੱਡੀ ਨਦੀ ਇੱਕੋ ਦਮ ਟੁੱਟ ਗਈ ਤੇ ਲੋਕਾਂ ਨੂੰ ਘਰਾਂ ਚੋਂ ਨਿਕਲਣ ਦਾ ਮੌਕਾ ਵੀ ਨਹੀਂ ਦਿੱਤਾ। ਸ਼ਾਇਦ ਇਹੀ ਇੱਕ ਕਾਰਨ ਰਿਹਾ ਹੋਊਗਾ ਕਿ ਉਹ ਸੱਭਿਅਤਾ ਮਿੱਟੀ ਥੱਲੇ ਦਬ ਗਈ। ਫਿਰ ਉਸੇ ਸੱਭਿਅਤਾ ਤੇ 200-300 ਸਾਲ ਬਾਅਦ ਆ ਕੇ ਆਰੀਅਨਸ ਰਹੇ ਹੋਣਗੇ ਤੇ ਉਹਨਾਂ ਨੇ ਉਹਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਪੁਰਾਣੀ ਸੱਭਿਅਤਾ ਨੂੰ। ਇਹ ਇੱਕ ਕਾਰਨ ਆਥੈਂਟਿਕ ਜਿਹਾ ਲੱਗਦਾ ਹੈ, ਠੀਕ ਆ, ਜਿਹਨੂੰ ਬਾਅਦ ਚ ਕਈਆਂ ਨੇ ਮੰਨਿਆ ਵੀ ਆ, ਬਟ ਕੋਈ ਬਹੁਤੇ ਸਬੂਤ ਹੈ ਨਹੀਂ। ਇਸ ਕਰਕੇ ਬਸ ਇਹੀ ਆ ਕਿ ਹਾਂ, ਸੱਭਿਅਤਾ 1900 ਤੋਂ ਕਮਜ਼ੋਰ ਪੈਣੀ ਸ਼ੁਰੂ ਹੋਈ ਤੇ 1500 ਤੱਕ ਜਾਂਦੇ 1500 BC ਤੱਕ ਜਾਂਦੇ ਈਸਾ ਪੂਰਵ ਤੱਕ ਜਾਂਦੇ ਕਮਜ਼ੋਰ ਹੋ ਗਈ। ਤੇ 1500 ਤੋਂ ਬਾਅਦ ਉਸੇ ਇਲਾਕੇ 'ਚ ਸਾਨੂੰ ਆਰੀਅਨਸ ਦੀ ਪ੍ਰੈਜ਼ੈਂਸ ਮਿਲੀ ਆ, ਸਾਨੂੰ ਆਰੀਅਨਸ ਮਿਲਣੇ ਸ਼ੁਰੂ ਹੋ ਗਏ ਆ। ਤਾਂ ਉਸ ਟਾਈਮ ਤਾਂ ਇਹ ਸੱਭਿਅਤਾ ਆਪਣੇ ਆਪ 'ਚ ਕੀ ਹੋ ਗਈ, ਇੱਕ ਵਿਲੁਪਤ ਦੀ ਸੱਭਿਅਤਾ ਬਣ ਕੇ ਰਹਿ ਗਈ, ਠੀਕ ਆ। ਸੋ ਕਾਰਨ ਜਿਹੜੇ ਆ ਉਹ ਕਿਹੜੇ ਆ, ਕਿੰਨੇ ਕੀ ਕਿਹਾ, ਆਰੀਅਨਸ ਨੇ ਹਮਲਾ ਕੀਤਾ। ਇਹ ਇਤਿਹਾਸਕਾਰ ਮੰਨਦੇ ਆ ਕਿ ਆਰੀਅਨਸ ਦਾ ਹਮਲਾ ਸੀਗਾ, ਠੀਕ ਆ। ਕੁਦਰਤ ਨਾਲ ਛੇੜਖਾਨੀ ਸੀ। ਫੇਅਰਚਾਈਲਡ ਨਾਮ ਦਾ ਇਤਿਹਾਸਕਾਰ ਇਸ ਤਰਕ ਨੂੰ ਤੇ ਸਹਿਮਤ ਆ। ਦਰਿਆ ਆਪਣਾ ਰਾਹ ਮੋੜ ਗਏ ਤੇ ਇੱਕੋ ਦਮ ਹੜ੍ਹ ਆ ਗਿਆ ਸਿੰਧੂ ਨਦੀ 'ਚ। ਉਹ ਇਤਿਹਾਸਕਾਰ ਇਹ ਨੇ ਜਿਹੜੇ ਇਸ ਤਰਕ ਨਾਲ ਬਹੁਤ ਘੱਟ ਮੀਂਹ ਕਰਕੇ ਅਕਾਲ ਪੈ ਗਿਆ, ਫਿਰ ਸ਼ਾਇਦ ਲੋਕ ਉੱਥੋਂ ਨਿਕਲਣ ਦੀ ਕੋਸ਼ਿਸ਼ ਕਿਉਂ ਨਹੀਂ ਸੀ ਕੀਤੀ, ਫਿਰ ਇੱਕੋ ਜਗ੍ਹਾ ਤੇ ਇੰਨੀਆਂ ਪੱਥਰ ਅਰਥੀਆਂ ਕਿਉਂ ਮਿਲੀਆਂ, ਇੱਕ ਆ ਵੀ ਆ। ਫਲੱਡ, ਜੌਨ ਮਾਰਸ਼ਲ ਇਤਿਹਾਸਕਾਰ ਨੇ ਉਹ ਇਹ ਤਰਕ ਨਾਲ ਆ, ਠੀਕ ਆ। ਤੇ ਘੱਗਰ ਤੇ ਨਦੀਆਂ ਸਹਾਇਕ ਨਦੀਆਂ ਸੁੱਕ ਗਈਆਂ, ਠੀਕ ਆ, ਇਹ ਵੀ ਇੱਕ ਕਾਰਨ ਆ। ਅਰਥਕੁਏਕ ਹੋ ਗਿਆ। ਹਰ ਇੱਕ ਇਤਿਹਾਸਕਾਰ ਜਿਹਨੇ ਜਿਹੜਾ ਵੀ ਕਾਰਨ ਦੱਸਿਆ ਹੈ, ਠੀਕ ਆ, ਉਹ ਮਤਲਬ ਕਿ ਕਹਿ ਲਓ ਅਸੀਂ ਦੱਸਿਆ ਕਿ ਆਹ ਇਤਿਹਾਸਕਾਰ ਨੇ ਆਹ ਕਾਰਨ ਦੱਸੇ ਆ। ਇਹ ਤਾਂ ਹੋ ਗਏ ਆਪਣੇ ਇਤਿਹਾਸਕਾਰ ਤੇ ਉਹਨਾਂ ਦੁਆਰਾ ਦੱਸੇ ਗਏ ਕਾਰਨ। ਹੁਣ ਚੱਲਦੇ ਹਾਂ ਜੀ ਆਪਾਂ ਅੱਗੇ, ਠੀਕ ਆ। ਉਹਨਾਂ ਸਮਿਆਂ 'ਚ ਕਿਹੜੇ ਮੈਟਲ ਕਿੱਥੋਂ ਮਿਲਦੀ ਆ। ਹੁਣ ਤੁਸੀਂ ਇਹ ਦੇਖੋ ਨਾ, ਬੜੀ ਇੰਪੋਰਟੈਂਟ ਗੱਲ ਆ। ਅਸੀਂ ਕੱਢਣਾ ਪੇਪਰ, ਸਾਡਾ ਮਕਸਦ ਆ ਪੇਪਰ ਕਲੀਅਰ ਕਰਨਾ। ਅਸੀਂ ਪੂਰੀ ਥਿਊਰੀ ਸਮਝ ਲਈ, ਇੱਥੋਂ ਤੱਕ ਇੱਕ ਗੱਲ ਸ਼ੋਰ ਹੋ ਗਈ ਕਿ ਸਾਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਾਰੀ ਰਾਮ ਕਹਾਣੀ ਪਤਾ ਲੱਗ ਗਈ। ਪਰ ਪੇਪਰ 'ਚ ਕੀ ਆਊਗਾ ਕਿ ਫਲਾਣਾ ਮੈਟਲ ਕਿੱਥੋਂ ਮਿਲਿਆ, ਫਲਾਣਾ ਮਾਡਲ, ਟੈਰਾਕੋਟਾ ਮਾਡਲ ਕਿੱਥੋਂ ਮਿਲਿਆ, ਵਗੇ ਹੋਏ ਖੇਤਾਂ ਦੇ ਸਬੂਤ ਕਿੱਥੇ ਮਿਲੇ, ਉਹ ਤਾਂ ਫੈਕਟ ਨੇ ਨਾ। ਤੇ ਇੰਡਸ ਵੈਲੀ ਸਿਵਲਾਈਜੇਸ਼ਨ 'ਚ ਜੇ ਪੇਪਰ 'ਚ ਕੋਈ ਸਵਾਲ ਆਇਆ ਤੇ ਕੀ ਆਊਗਾ, ਫੈਕਟ। ਤੇ ਕਿਉਂ ਨਾ ਅਸੀਂ ਫੈਕਟਾਂ ਨੂੰ ਰੱਟਾਂ ਮਾਰੀਏ ਹੁਣ, ਠੀਕ ਆ। ਇਸ ਚੈਪਟਰ ਦਾ ਲਾਸਟ ਵਾਲਾ ਪੋਰਸ਼ਨ ਆ ਜਿਹੜਾ, ਉਹ ਫੈਕਟਸ ਡੋਮੀਨੇਟਿੰਗ ਆ ਪੂਰਾ, ਜਿਹੜਾ ਮਤਲਬ ਕਿ ਕਹਿ ਲਓ ਕਿ ਜਿਹਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਫੈਕਟਸ ਡੋਮੀਨੇਟ ਕਰਨਗੇ। ਗੋਲਡ ਜ਼ਿਆਦਾਤਰ ਆਉਂਦਾ ਸੀ ਅਫਗਾਨਿਸਤਾਨ, ਈਰਾਨ ਤੋਂ, ਤੇ ਕੋਲਾਰ ਦੀਆਂ ਜਿਹੜੀ ਖਾਣ ਆ, ਠੀਕ ਆ, ਦੱਖਣੀ ਭਾਰਤ 'ਚ ਉੱਥੋਂ, ਠੀਕ ਆ। ਨੈਕਸਟ, ਕਾਪਰ ਖੇਤਰੀ ਖਾਣ ਜਿਹੜੀ ਰਾਜਸਥਾਨ ਸੀ ਜਾਂ ਬਲੋਚਿਸਤਾਨ ਤੋਂ। ਟਿਨ ਅਫਗਾਨਿਸਤਾਨ ਤੇ ਪਰਸ਼ੀਆ ਤੋਂ, ਮਤਲਬ ਈਰਾਨ ਤੋਂ। ਲੈਪਿਸ ਲਜ਼ੂਲੀ, ਠੀਕ ਆ, ਇਹ ਇੱਕ ਮੈਟਲ ਆ ਜਾਂ ਕਹਿ ਲਓ ਪ੍ਰੀਸ਼ੀਅਸ ਜਾਂ ਸੈਮੀ ਪ੍ਰੀਸ਼ੀਅਸ ਮੈਟਲ ਆ, ਅਫਗਾਨਿਸਤਾਨ ਤੋਂ ਆਉਂਦਾ ਸੀਗਾ, ਠੀਕ ਆ। ਫਰੋਜ਼ੀ, ਇਹ ਖੁਰਾਸਮ ਅਫਗਾਨਿਸਤਾਨ ਤੇ ਆਪਣਾ ਸੈਂਟਰਲ ਏਸ਼ੀਆ, ਮੱਧ ਏਸ਼ੀਆ ਦੇ ਬਾਰਡਰ ਤੇ ਸ਼ਹਿਰ ਆ, ਉੱਥੋਂ ਆਉਂਦਾ ਸੀਗਾ। ਸਟੇਟਾਈਟ ਜਿਹੜਾ ਸੀਗਾ ਈਰਾਨ ਤੋਂ ਆਉਂਦਾ ਸੀਗਾ। ਬਿਟੋਮਿਨ, ਠੀਕ ਆ, ਬਲੋਚਿਸਤਾਨ ਤੋਂ ਸੀ ਕੋਲਾ। ਤੇ ਲੈਡ ਜਿਹੜਾ ਸੀਗਾ ਉਹ ਸਾਊਥ ਇੰਡੀਆ ਤੋਂ। ਤਾਂ ਇਹ ਕੁਝ ਮੈਟਲ ਸੀ ਜਿਹੜੇ ਉਹਨਾਂ ਟਾਈਮਾਂ 'ਚ ਮਿਲਦੇ ਸੀ, ਠੀਕ ਆ। ਸੋ ਕੁੱਲ ਮਿਲਾ ਕੇ ਸਾਨੂੰ ਹੁਣ ਤੱਕ ਇਹ ਸਮਝ ਆਇਆ, ਜਿਹੜਾ ਮੈਂ ਹੁਣ ਤੱਕ ਪੜ੍ਹਾਇਆ, ਕਿ ਇੰਡਸ ਵੈਲੀ ਸਿਵਲਾਈਜੇਸ਼ਨ ਕੀ ਸੀ, ਕਿਵੇਂ ਸੀ, ਕਿਉਂ ਸੀ ਤੇ ਕਿਵੇਂ ਤਬਾਹ ਹੋ ਗਈ, ਠੀਕ ਆ। ਇਹ ਕੰਪਾਈਲੇਸ਼ਨ ਸੀ। ਹੁਣ ਅਸਲ 'ਚ ਹੁਣ ਉਹ ਪੋਰਸ਼ਨ ਆ ਜਿਹਨੂੰ ਪੜ੍ਹਾਉਂਦੇ ਹੋਏ ਟਾਈਮ ਨਹੀਂ ਲੱਗਣਾ।
बट मैं जल्दी जल्दी स्लाइड्स ਨੂੰ ਤਾਂ ਕਰਦਾ ਜਾਊਂਗਾ ਜਦੋਂ ਤੁਸੀਂ ਆਪਣੀ ਬੁੱਕ 'ਚ ਇਹਨੂੰ ਪੜੋਗੇ ਤਾਂ ਤੁਹਾਡੇ ਵਾਸਤੇ ਬਹੁਤ ਆਸਾਨ ਹੋ ਗਿਆ। ਹੁਣ ਤੁਸੀਂ ਆਪ ਅਕਸਰ ਦੇਖੋ, ਜੇ ਤੁਸੀਂ ਕਹਿ ਦਿੰਦੇ ਹੋ ਜਿਵੇਂ ਸਪੋਜ਼ ਕਰੋ ਜਿਵੇਂ PPSC ਹੋਈ ਆ ਜਾਂ ਮਾਸਟਰ ਕੈਡਰ ਆ ਜਾਂ ਲੈਕਚਰਰ ਆ, एंशिएंट हिस्टरी एक इहो जिहा टॉपिक आ, प्राचीन भारत एक इहो जिहा टॉपिक आ, कोई भी पेपर खोल के देख लो UPSC दे प्री नूं छड्ड के ਉਹਦੇ 'ਚ ਵੀ ਕਦੇ ਕਦੀ, बाकी कोई भी पेपर PPSC दे PCS तो लैके PPSC ਦਾ कोई भी पेपर, PSSB ਦਾ कोई भी पेपर, मास्टर कैडर लैक्चरर, सवाल 80% फैक्ट बेस्ड ने। सीधा सीधा गल आ, कोई भी पेपर खोल के देख लो, कोई भी क्वेश्चन पेपर चैक कर लो, फिर सानू फैक्ट्स तो याद करने पैणगे। पेपर च आ सकदा कि हड़प्पा शहर आ कदों डिस्कवर होया, किहड़े जिले च, रावी नदी के कंढे ते आ, पाकिस्तान वाले पंजाब च, साहिवाल जिले च, दयाराम सानी ने 1921 च कीता सीगा। ज़्यादातर की मिलिया उत्थे, क्यूबिकल लाइमस्टोन वेट मिले आ, ठीक है, एक ह्यूमन मतलब इंसानी शरीर मिलिया है, ठीक है, बल्क कार्ड मिलिया है, ते ग्रेनरीज जिहड़ियां सब तो वध मशहूर चीज़ इत्थे, ठीक है, वो मिलियां है। तो एक ताबूत च किसी बंदे नूं दफनाया गया होवे, ताबूत च दफनाया गया शख्स पहला सिर्फ ते सिर्फ इत्थे मिलिया है। पेपर च आ सकदा ना कि कॉफिन बरीअल, ताबूत च किसी शख्स नूं दफनाए गए दा मिट्टी दा मॉडल कित्थे मिलिया है। टैराकोटा फिगर्स किहदियां मिलियां ने, ये आपां नूं पता है, टैराकोटा दी ज़्यादा फोटोज इत्थे जिवें प्रीस्ट वगैरह इत्थे मिलिया है। होर मादा जननी जिहड़ी सी ओहदे अंग कुछ पार्ट्स जिहड़े मिट्टी दे वो इत्थे मिले आ। इस तो बाद आपां गल करदे हां मोहेंजोदाड़ो, जिन्हों असीं मौत दा टिल्ला भी कहने आ। क्यों कहने आ, मैं स्टोरी दस ही दित्ती है। आर डी बैनर्जी लिखिਆ कित्थे रखलदास बैनर्जी, आर डी बैनर्जी ने 1924 के 22 ची ਇਹਦੀ डिस्कवरी की है। सब तो वड्डी गदेनरी इत्थे मिली है। लगातार 6 गदेनरीज प्लस लेबर क्लास ਲਈ घर ਉਹ हड़प्पा चों मिले आ। कन्फ्यूज ना हो जाए, हुण पेपर च ऐं ही भड़काउणा उन्होंने, ऐं ही तंग करना। ग्रेट बाथ वड्डा इशनान घर वो कित्थे मिलिया है, ठीक है। सब तो वड्डी गदेनरी इत्थे मिली है। यूनीकॉर्न सील, डांस करदी औरत, ठीक है। एक पशुपति भगवान दे नाल वो सारे 4-5 जानवर ते ओदी जिहड़ा सील आ वो इत्थे मिली है, ठीक है। तो ये सारा कुछ तुहानूं साफ क्लीयर दस रहा मैं कि किहड़ी चीज़ कित्थे मिली, किहड़ी सील कित्थे मिली है, ठीक है। मेरे को गलती नाल दस्सिया गया सी कि जिहड़ी वो बीयर्ड मैन प्रीस्ट किंग आ ਉਹਦੀ ਜਿਹੜੀ ਉਹ ਸੀਲ ਸੀ, ਮੈਂ ਗਲਤੀ ਨਾਲ ਉੱਥੇ ਕਹਿਤਾ ਸੀ, ਉਹ ਇੱਥੇ ਮਿਲੀ ਆ। ਸਟੀਟਾਈਟ ਮੈਟਲ ਦੀ ਬਣੀ ਹੋਈ ਸੀਲ ਜਿਹੜੀ ਆ ਉਹ ਇੱਥੇ ਮਿਲੀ ਆ, ਠੀਕ ਹੈ। ਇੱਥੋਂ ਘੋੜੇ ਦੇ ਪੈਰਾਂ ਦੇ ਥੋੜੇ ਬਹੁਤੇ ਸਬੂਤ, ਉਹਦੀ ਹੱਡੀਆਂ ਦੇ ਥੋੜੇ ਬਹੁਤੇ ਸਬੂਤ ਮਿਲੇ ਆ, ਠੀਕ ਹੈ। ਸ਼ਹਿਰ ਬੜਾ ਐਡਵਾਂਸ ਸੀ, ਸਭ ਤੋਂ ਐਡਵਾਂਸ ਸ਼ਹਿਰ ਸੀ, ਇਸ ਕਰਕੇ ਮੈਸੋਪੋਟਾਮੀਆ ਵਰਗੀ ਸੱਭਿਅਤਾ ਨਾਲ ਇਹਨਾਂ ਦਾ ਡਾਇਰੈਕਟ ਵਪਾਰ ਸੀ। ਇਹਦੇ ਸਬੂਤ ਵੀ ਇੱਥੋਂ ਮਿਲੇ ਆ। ਮੈਸੋਪੋਟਾਮੀਆ ਦੀਆਂ ਕੁਝ ਸੀਲਸ ਇੱਥੇ ਮਿਲੀਆਂ ਹੈ ਤੇ ਇੱਥੋਂ ਦੀਆਂ ਕੁਝ ਸੀਲਸ ਕਿੱਥੇ ਮਿਲੀਆਂ ਨੇ, ਮੈਸੋਪੋਟਾਮੀਆ 'ਚ ਵੀ ਮਿਲੀਆਂ ਤੇ ਪਲੱਸ ਇਜਿਪਟ 'ਚ ਮਿਲੀਆਂ। ਸੋ ਇਹ ਵੀ ਇੱਕ ਗੱਲ ਬਹੁਤ ਹੋ ਸਕਦੀ ਆ। ਮਦਰ ਗੋਡੈਸ ਦੀ ਸੀਲ ਵੀ ਇੱਥੋਂ ਮਿਲੀ ਆ, ਠੀਕ ਹੈ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਸੁਕਰਾਦਗੰਦ ਇਹ ਪਾਕਿਸਤਾਨ ਤੇ ਈਰਾਨ ਦੇ ਬਾਰਡਰ ਤੇ ਬਲੋਚਿਸਤਾਨ ਦੇ ਵਿੱਚ ਸਭ ਤੋਂ ਵੈਸਟ ਵਾਲੇ ਪਾਸੇ ਵਾਲਾ ਸ਼ਹਿਰ ਆ, ਸਭ ਤੋਂ ਵੈਸਟਰਨ ਮੋਸਟ, ਠੀਕ ਆ। ਉੱਥੇ ਦਸ਼ਕ ਨਦੀ ਆ, ਉਹਦੇ ਕੰਢੇ ਤੇ ਆ। पेपर च आ सकता, ठीक है, कि किहड़ी नदी के कंढे ते है। जिवें 4 कोनिया 4 शहर आ, आलमगीरपुर यूपी च, हिंडन नदी ते, वो झेलम नदी ते आ, मांडा जिहड़ा जम्मू कश्मीर वाला है, ये एक पासे ये दशक नदी के कंढे ते आ, बलोचिस्तान वाला की नाम आ सुकरानगर, एक थल्ले नर्मदा नदी के कंढे ते आ, की नाम आ दैमाबाद। 4 कोनिया ते 4 शहर जिहड़े 4 अड्ड-अड्ड कोने बनाउंदे आ, ठीक है। इत्थों ਇੱਥੇ ਇਹ ਗੱਲ ਕਲੀਅਰ ਆ ਕਿ ਇਹਨਾਂ ਦੀ ਬੇਬੀਲੋਨ ਸੱਭਿਅਤਾ ਨਾਲ, ਬੇਬੀਲੋਨ ਸੱਭਿਅਤਾ ਜਿਹੜੀ ਆ ਇਹ ਬਿਲਕੁਲ ਇਜਿਪਟ ਦੀ ਸੱਭਿਅਤਾ ਨੂੰ ਕਹਿ ਦਿੰਦੇ ਆ, ਉਹਨਾਂ ਦੇ ਨਾਲ ਇਹਨਾਂ ਦੇ ਇੱਥੇ ਕੁਝ ਪੱਥਰ ਵੀ ਮਿਲੇ ਆ, ਠੀਕ ਆ। ਸ਼ੈਲ ਬੇਡਸ ਇਹ ਤਾਂ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਕਿ ਕੀ ਆ, ਬਾਕੀ ਬਹੁਤ ਸਿੰਪਲ ਜੀ ਚੀਜ਼ ਇਹ ਤਾਂ। ਨੈਕਸਟ ਚੰਦੂਹਾਰੋ, ਸਿੰਧ ਚ ਪਤਾ ਹੀ ਹੈ ਸਾਰਿਆਂ ਨੂੰ, ਪਾਕਿਸਤਾਨ ਦੇ ਸਿੰਧ ਦਾ ਹੈ। ਚੂੜੀਆਂ ਦੀ ਫੈਕਟਰੀ, ठीक है, मोती बनाने वाली दुकाना ज़्यादा सी, ठीक है। एक इहो जे फुटप्रिंट मिले आ, मतलब फोटो जी मिली आ डिजाइन की हुई, जिथे एक कुत्ता बिल्ली दे मगर भज रहा है, ठीक है। तो इत्थे एक काट मिलिया है, मतलब कि एक वो मिलिया रातिया मिलिया जिथे ड्राइवर बैठा होया है। तो ये भी एक गल क्लीयर आ, ठीक है। पर यह शहर ज़्यादा कामियां दा शहर सीगा, ये मैं पहले ही कह चुके हैं। वजह क्योंकि इत्थे कोई उच्ची बिल्डिंग नहीं मिली। शायद ये शहर से जिथे सैकटरीएट जां वड्डे राजे रजवाड़े ना रहिंदे होणगे। आई थिंक एवें यही होऊगा सारा कुछ उत्थे, ठीक है। नैक्सट रंगपुर सीगा, गुजरात का शहर आ। इहदे बारे एक गल कही जा सकती है कि ये जिन्ना
ਮੈਚਿਓਰ ਪਰਪੱਖ ਸੱਭਿਅਤਾ ਦੇ ਵੇਲੇ ਸੀ, ਉਹਨਾਂ ਹੀ ਜਿਹੜੀ ਸ਼ੁਰੂ ਵਾਲੀ ਅਰਲੀ ਸੱਭਿਅਤਾ ਸੀ ਨਾ, ਪ੍ਰੀ ਹੜੱਪਣ, ਠੀਕ ਆ, ਪੂਰਵ ਹੜੱਪਾ ਸੱਭਿਅਤਾ, ਜਦੋਂ ਹਜੇ ਹੜੱਪਣ ਸ਼ੁਰੂ ਹੀ ਨਹੀਂ ਸੀ ਹੋਈ, ਜਿਹਨੂੰ ਆਪਾਂ ਕਹਿ ਦਿੰਦੇ 2600 ਤੋਂ ਲੈ ਕੇ 1900 ਤੱਕ, ਸੌਰੀ 3300 ਤੋਂ ਲੈ ਕੇ 2600 ਤੱਕ, ਤਾਂ ਉਸ ਸਮੇਂ ਦਾ ਪੁਰਾਣਾ ਸ਼ਹਿਰ ਆ। ਇਹਦੇ ਬਾਰੇ ਹੋਰ ਕੁਝ ਖਾਸ ਪੇਪਰ 'ਚ ਆ ਨਹੀਂ ਸਕਦਾ, ਠੀਕ ਆ। ਅਮਰੀ ਇਹ ਵੀ ਅਨਇੰਪੋਰਟੈਂਟ ਆ, ਪਰ ਹਾਂ ਦੇਖੋ ਤੁਹਾਡੇ ਵਾਸਤੇ ਕੁਝ ਵੀ ਅਨਇੰਪੋਰਟੈਂਟ ਨਹੀਂ, ਕੁਝ ਵੀ ਪੁੱਛਿਆ ਜਾ ਸਕਦਾ ਹੈ। ਕਾਲੀਆਂ ਬੰਗਾ ਰਾਜਸਥਾਨ ਦਾ ਸ਼ਹਿਰ ਆ, ਕਿਉਂ ਮਿਲਿਆ? ਇੱਕ ਵੁਡਨ ਡਰੇਨੇਜ ਸਿਸਟਮ ਆ, ਠੀਕ ਆ। ਲੋਅਰ ਫੋਰਟੀਫਾਈਡ, ਹਾਂ ਇੱਥੇ ਛੋਟੇ ਵਾਲਾ ਸ਼ਹਿਰ ਵੀ ਕਿਲ੍ਹਾਬੰਦ ਸੀ, ਵੱਡਾ ਵੀ। ਵੈਸੇ ਅਕਸਰ ਜਿੱਥੇ ਸਿਟਾਡਲ ਹੁੰਦਾ ਸੀਗਾ ਇਹਦੇ ਆਲੇ ਦੁਆਲੇ ਕਿਲ੍ਹਾ ਹੁੰਦਾ ਸੀਗਾ, ਇੱਥੇ ਨਹੀਂ ਸੀ, ਇਹਦੇ ਛੋਟੇ ਸ਼ਹਿਰ ਦੇ ਆਲੇ ਦੁਆਲੇ ਵੀ ਕਿਲ੍ਹਾ ਸੀਗਾ। ਤੇ ਲੋਥਲ ਜਿਹੜਾ ਸੀਗਾ, ਲੋਥਲ ਦਾ ਤਾਂ ਕੰਮ ਹੀ ਔਖਾ ਸੀ, ਸਿਰਾ ਸੀ, ਉਹਦਾ ਜਿਹੜਾ ਉੱਚਾ ਸ਼ਹਿਰ ਸੀ ਉੱਥੇ ਵੀ ਕਿਲ੍ਹਾ ਨਹੀਂ ਸੀ ਹੈਗਾ, ਆਲੇ ਦੁਆਲੇ ਕਿਲ੍ਹੇਬੰਦੀ ਨਹੀਂ ਸੀ ਹੈਗੀ। ਪੇਪਰ 'ਚ ਆ ਸਕਦਾ ਕਿ ਇਹਦੇ ਛੋਟੇ ਪਾਸੇ ਵੀ ਕਿਲ੍ਹਾ ਸੀਗਾ, ਛੋਟੇ ਸ਼ਹਿਰ ਤੇ ਵੀ ਕਿਲ੍ਹਾ ਸੀ, ਤੇ ਉਹ ਕਿਹੜਾ ਸ਼ਹਿਰ ਹੈ ਜਿੱਥੇ ਵੱਡੇ ਪਾਸੇ ਵੀ ਕਿਲ੍ਹਾ ਨਹੀਂ ਸੀ ਹੈਗਾ, ਉੱਚੇ ਪਾਸੇ ਉੱਚੇ ਸ਼ਹਿਰ 'ਚ ਵੀ ਕਿਲ੍ਹਾ ਨਹੀਂ ਸੀ, ਸਿਟਾਡਲ ਦੇ ਵੀ ਕਿਲ੍ਹਾ ਨਹੀਂ ਸੀ ਹੈਗਾ, ਠੀਕ ਆ। ਅਰਥਕੁਏਕ ਦੇ, ਵੁਡਨ ਪਲੋ ਦੇ, ਕੈਮਲ ਬੋਨ ਦੇ, ਊਠ ਦੀ ਹੱਡੀ ਦੇ, ਫਾਇਰ ਐਲਟਰਸ ਦੇ ਸਬੂਤ ਇੱਥੋਂ ਮਿਲੇ ਆ। ਕਿਹੜਾ ਸ਼ਹਿਰ ਹੈ? ਕਾਲੀਆਂ ਬੰਗਾ, ਠੀਕ ਹੈ ਨਾ। ਤੇ ਇੱਥੇ ਇੱਕ ਕਹਿ ਲਓ ਕਿ ਜ਼ਮੀਨ ਜ਼ਮੀਨ ਵਾਹੀ ਹੋਈ ਜ਼ਮੀਨ ਜਿਹੜੀ ਆ, ਠੀਕ ਆ, ਉਹ ਜ਼ਮੀਨ ਇੱਥੋਂ ਮਿਲੀ ਆ। ਸੋ ਇਹ ਗੱਲਾਂ ਆਪਾਂ ਨੂੰ ਫੈਕਟ 'ਚ ਕਲੀਅਰ ਪਤਾ ਹੋਣੀਆਂ ਚਾਹੀਦੀਆਂ। ਗੱਲ ਕਰਦੇ ਆ ਆਪਣਾ ਲੋਥਲ, ਇਹ ਗੁਜਰਾਤ 'ਚ ਸੀ, ਬੰਦਰਗਾਹ ਵੀ ਸੀ ਤੇ ਡੌਕਯਾਰਡ ਵੀ ਸੀ, ਮਤਲਬ ਜਹਾਜ਼ ਆ ਕੇ ਰੁਕਦੇ ਵੀ ਸੀ ਤੇ ਜਹਾਜ਼ ਬਣਦੇ ਵੀ ਸੀ। ਕਬਰਿਸਤਾਨ ਵੀ ਮਿਲਿਆ ਇੱਥੇ, ਤੇ ਇੱਥੇ ਬਹੁਤ ਜ਼ਿਆਦਾ ਵੇਟ ਮਿਲੇ ਆ, ਠੀਕ ਆ। ਵਜ੍ਹਾ ਕਿਉਂਕਿ ਵੇਟ ਇੱਥੇ ਜ਼ਿਆਦਾ ਪਤਾ ਕਿਉਂ ਮਿਲੇ ਆ? ਕਿਉਂਕਿ ਇੱਥੋਂ ਹੀ ਤਾਂ ਵਪਾਰ ਦੂਜੇ ਦੇਸ਼ਾਂ ਨਾਲ ਹੁੰਦਾ ਸੀਗਾ। ਇੱਥੇ ਦੂਜਿਆਂ ਦਾ ਵਪਾਰਕ ਦੂਜੇ, ਹੁਣ ਦੇਖੋ ਇੱਕ ਗੱਲ ਬੜੀ ਕਲੀਅਰ ਆ, ਜਿੱਥੋਂ ਤੁਹਾਡਾ ਸਮਾਨ ਐਕਸਪੋਰਟ ਹੁੰਦਾ ਹੋਊਗਾ ਨਾ, ਉੱਥੇ ਤੁਹਾਨੂੰ ਜਿਹੜਾ ਵੇਟ ਐਂਡ ਮੇਜਰ ਦਾ ਸਿਸਟਮ ਆ ਜ਼ਿਆਦਾ ਸਟਰੋਂਗ ਹੋਊਗਾ। ਉੱਥੇ ਸਿਰਫ ਤੁਹਾਡੇ ਆਪਣੇ ਦੇਸ਼ ਦਾ ਵੇਟ ਐਂਡ ਮੇਜਰ ਨਹੀਂ ਚੱਲਦਾ, ਦੂਜੇ ਦੇਸ਼ਾਂ ਦਾ ਵੀ ਨਾਲ ਚੱਲੂਗਾ। ਇਸ ਕਰਕੇ ਉੱਥੇ ਬਹੁਤ ਜ਼ਿਆਦਾ ਤੁਹਾਨੂੰ ਵੇਟ ਐਂਡ ਮੇਜਰਸ ਮਿਲਣਗੇ, ਠੀਕ ਆ। ਤਾਂ ਉਸ ਤੋਂ ਬਾਅਦ ਇਹ ਵੀ ਆਪਾਂ ਕਹਿ ਸਕਦੇ ਆ ਡੌਕਯਾਰਡ ਵੀ ਸੀਗਾ। ਇੱਥੇ ਚੌਲਾਂ ਦੇ ਸਬੂਤ ਵੀ ਮਿਲੇ ਆ, ਸ਼ਤਰੰਜ ਖੇਡਣ ਦੇ ਸਬੂਤ ਮਿਲੇ ਇੱਥੋਂ ਆਪਾਂ ਨੂੰ, ਠੀਕ ਆ। ਇੱਥੇ ਇੱਕ ਸ਼ਿਪ ਦਾ ਟੈਰਾਕੋਟਾ ਮਾਡਲ ਮਿਲਿਆ। ਤਾਂ ਇਹੀ ਉਹ ਸ਼ਹਿਰ ਆ ਜਿੱਥੇ ਡਬਲ ਬਰੀਅਲ ਮਿਲਿਆ, ਡਬਲ ਬਰੀਅਲ ਮੇਲ ਤੇ ਫੀਮੇਲ ਨੂੰ ਇਕੱਠੇ ਦਫਨਾਇਆ ਗਿਆ ਹੋਵੇ, ਠੀਕ ਆ। ਉਸ ਤੋਂ ਬਾਅਦ ਕੋਟੀ ਡਿਜ਼ੀ, ਸਿੰਧ ਦਾ ਪਾਕਿਸਤਾਨ ਵਾਲੇ ਦਾ ਸ਼ਹਿਰ ਆ, ਠੀਕ ਆ। ਇਹਦੇ ਬਾਰੇ ਵੀ ਤੁਸੀਂ ਬੜੇ ਆਰਾਮ ਨਾਲ ਪੜ੍ਹ ਸਕਦੇ ਹੋ ਕਿ ਕੀ ਚੀਜ਼ ਆ, ਠੀਕ ਆ। ਤਾਂ ਇਹ ਤਾਂ ਹੁਣ ਕੁਝ ਖਾਸ ਰਿਹਾ ਹੀ ਨਹੀਂ ਆਪਣੇ ਕੋਲ, ਜੇ ਆਪਾਂ ਇਹਨੂੰ ਕਹੀਏ ਕਿ ਬਈ ਹਾਂ ਹੁਣ ਤੁਹਾਡੇ ਵਾਸਤੇ ਇਹ ਮਤਲਬ ਕਿ ਕੁਝ ਖਾਸ ਹੋਵੇ ਇਹਦੇ 'ਚ, ਠੀਕ ਆ। ਅੱਗੇ ਰੋਪੜ, ਹਾਂ ਪੰਜਾਬ ਦਾ ਸ਼ਹਿਰ ਆ ਰੋਪੜ, ਕਰ ਸਕਦੇ ਆਪਾਂ, ਪੰਜਾਬ ਦਾ ਸ਼ਹਿਰ ਆ, ਠੀਕ ਆ। ਤੇ ਸਤਲੁਜ ਨਦੀ ਦੇ ਕੰਢੇ ਤੇ ਆ, YD ਸ਼ਰਮਾ ਨੇ ਡਿਸਕਵਰ ਕੀਤਾ ਸੀਗਾ, ਠੀਕ ਆ। ਇੱਕ ਕਹਿ ਲਓ ਕਿ ਮੇਨਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਇੱਕ R37 ਸਿਮਟਰੀ, ਮਤਲਬ ਕਿ ਸਪੈਸ਼ਲ ਟਾਈਪ ਦੀ ਇੱਕ ਦਫਨਾਉਣ ਦੀ ਸਿਮਟਰੀ ਮਿਲੀ ਆ, ਜਿਹਨੂੰ R37 ਕਿਹਾ ਗਿਆ। ਸੀਲਸ ਮਿਲੀਆਂ, ਮਿੱਟੀ ਦੇ ਬਰਤਨ ਮਿਲੇ ਆ, ਜਿਹਨੂੰ ਕੋਟ ਕਹਿ ਦਿੰਦੇ ਆਪਾਂ, ਠੀਕ ਆ। ਅਗਲੀ ਖਾਸ ਗੱਲ, ਇਹੀ ਉਹ ਸ਼ਹਿਰ ਆ ਜਿੱਥੇ ਇਨਸਾਨ ਤੇ ਜਾਨਵਰ ਨੂੰ ਇਕੱਠੇ ਨੂੰ ਦਫਨਾਏ ਗਏ ਸਬੂਤ ਮਿਲੇ ਆ ਦਫਨਾਉਣ ਦੇ, ਠੀਕ ਆ। ਤਾਂ ਉਹ ਇੱਥੇ ਹੀ ਮਿਲੇ ਆ ਕਿ ਬਰਿੰਗ ਆਫ ਮੈਨ ਵਿਦ ਡੌਗ, ਇੱਕ ਕੁੱਤੇ ਨੂੰ ਮਨੁੱਖ ਦੇ ਨਾਲ ਦਫਨਾਉਣ ਦੇ ਸਬੂਤ ਜਿਹੜੇ ਆ ਉਹ ਇੱਥੇ ਮਿਲੇ ਆ, ਠੀਕ ਆ। ਉਸ ਤੋਂ ਬਾਅਦ ਆਲਮਗੀਰਪੁਰ, ਹਾਂਜੀ। ਤਾਂ ਆਪਾਂ ਆਲਮਗੀਰਪੁਰ ਤੇ ਸੀਗੇ, ਥੋੜਾ ਜਿਹਾ ਵੀਡੀਓ 'ਚ ਪ੍ਰੋਬਲਮ ਆਉਣ ਕਰਕੇ ਸਾਨੂੰ ਵਿੱਚੋਂ ਕੱਟਣੀ ਪਈ ਆ। ਤਾਂ ਆਲਮਗੀਰਪੁਰ ਜਿਹੜਾ ਹੈ ਸਾਨੂੰ ਪਤਾ ਹੈ ਕਿ ਇੰਡੀਆ ਦੀ ਸਭ ਤੋਂ ਪੂਰਬੀ ਸਾਈਟ ਆ, ਮਤਲਬ ਈਸਟਰਨ ਮੋਸਟ ਸਾਈਟ ਆ, ਠੀਕ ਆ। ਇੱਥੇ ਕੱਪੜੇ, ਖੁਰਲੀ ਦੇ ਉੱਪਰ ਇੱਕ ਕੱਪੜੇ ਦੀ ਛਾਪ ਬਈ ਮਿਲੀ ਆ, ਠੀਕ ਆ। ਤੇ ਪੋਟਰੀ ਵਗੈਰਾ ਜਾਂ ਮਿੱਟੀ ਦੇ ਭਾਂਡੇ ਜਿਹਨੂੰ ਆਪਾਂ ਕਹਿ ਦਿੰਦੇ ਆ, ਤੇ ਮਣਕੇ, ਇਹੋ ਜਿਹਾ ਕੁਝ ਮਿਲਿਆ। ਇੱਕ ਆਪਣਾ ਸੁਰਕੋ ਦਾਤਾ, ਇਹ ਹੈ ਕਿੱਥੇ ਆ? ਗੁਜਰਾਤ 'ਚ, ਠੀਕ ਆ। ਇੱਥੇ ਵੀ ਘੋੜੇ ਦੇ ਹੱਡੀਆਂ ਦੇ ਸਬੂਤ, ਕਿਉਂਕਿ ਸਮੁੰਦਰ ਦੇ ਕੰਢੇ ਤੇ ਸੀ ਨਾ, ਤਾਂ ਉੱਥੇ ਸਾਨੂੰ ਘੋੜੇ ਦੀ ਹੱਡੀਆਂ ਦੇ ਸਬੂਤ ਮਿਲੇ ਆ। ਥੋੜੇ ਬਹੁਤੇ ਸੈਨਿਕਾਂ ਦੇ ਸਬੂਤ ਮਿਲੇ ਆ, ਠੀਕ ਆ। ਇਹਦਾ ਮਤਲਬ ਇਹ ਆ ਕਿ ਮਾੜੇ ਮੋਟੀ ਸਾਡੀ ਸੈਨਿਕ ਸੀਗੇ ਉਸ ਟਾਈਮ, ਪਰ ਸੀਗੇ ਇਕੱਲੇ ਬਾਰਡਰ ਤੇ, ਜਾਣੀ ਕਿ ਜਿੱਥੇ ਸਾਨੂੰ ਬਾਹਰਲਿਆਂ ਦੇ ਹਮਲੇ ਦਾ ਥੋੜਾ ਬਹੁਤਾ ਡਰ ਹੋ ਸਕਦਾ ਸੀਗਾ। ਬਰਤਨ ਆਪਾਂ ਦੇਖੇ ਸੀ ਨਾ ਇੱਕ ਬਰੀਅਲ ਦੇ ਵਿੱਚ, ਇੱਕ ਉਹਦੇ 'ਚ ਕਿ ਇੱਕ ਘੜੇ ਵਗੈਰਾ, ਤਾਂ ਉਹ ਇੱਥੋਂ ਦੇ ਸਬੂਤ ਮਿਲੇ ਸੀਗੇ, ਠੀਕ ਆ। ਤੇ ਜੇ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਬਨਾਵਲੀ ਹਿਸਾਰ ਜ਼ਿਲ੍ਹੇ 'ਚ ਆ, ਉੱਥੇ ਹਰਿਆਣੇ 'ਚ ਆ, ਓਵਲ ਸ਼ੇਪ, ਅੰਡਾਕਾਰ ਸ਼ੇਪ ਦੀ ਜਿਹੜੇ ਘਰ ਨੇ ਲੋਕਾਂ ਦੇ, ਇਹਦਾ ਮਤਲਬ ਅੰਡਾਕਾਰ ਸ਼ੇਪ ਦੇ ਘਰ, ਉਹ ਵੀ ਦੂਰ ਦੂਰ ਖਿਲਰੇ। ਇਹਦਾ ਮਤਲਬ ਸ਼ਹਿਰ ਤੋਂ ਬਾਹਰ ਪਿੰਡ ਵੀ ਸੀਗੇ, ਇੰਪੋਰਟੈਂਟ ਗੱਲ ਆ, ਸ਼ਹਿਰ ਤੋਂ ਬਾਅਦ ਪਿੰਡ ਵੀ ਸੀ। ਗੋਲਾਕਾਰ ਸੜਕਾਂ, ਠੀਕ ਹੈ, ਰੇਡੀਅਲ ਸਟਰੀਟਸ ਦੇ ਸਬੂਤ ਇੱਥੋਂ ਮਿਲੇ ਆ।
ਤੇ ਖਿਡੌਣੇ ਖਿਡੌਣੇ ਕਿਹੜੇ ਮਿਲੇ ਆ ਹੁਣ ਪਿੰਡਾਂ ਵਾਲਿਆਂ ਦੇ ਖਿਡੌਣੇ ਕਿਹੜੇ ਹੁੰਦੇ ਆ ਟਰੈਕਟਰ ਟਰਾਲੀ ਦੇ ਜੇ ਪਿੰਡੂ ਉੱਥੇ ਪਿੰਡੂ ਇਲਾਕਾ ਸੀਗਾ ਤਾਂ ਉੱਥੋਂ ਦੇ ਖਿਡੌਣੇ ਵੀ ਜਿਹੜੇ ਆ ਉਹ ਵੀ ਪਿੰਡਾਂ ਵਾਲਿਆਂ ਦੇ ਹੋਣਗੇ ਖਿਡੌਣਿਆਂ 'ਚ ਹਲ ਵਗੈਰਾ ਉਹ ਮਿਲੇ ਆ ਠੀਕ ਆ ਤੇ ਬਹੁਤ ਸਾਰੇ ਉੱਥੇ ਮਤਲਬ ਕਿ ਗ੍ਰੇਨਸ ਦੇ ਸਟੋਰ ਮਿਲੇ ਆ ਪਿੰਡ ਹੋਣ ਕਰਕੇ ਠੀਕ ਆ ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਆ ਪਿੰਡ ਸੀਗਾ ਤਾਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਪ੍ਰੋਪਰ ਡਰੇਨੇਜ ਸਿਸਟਮ ਹੋਊਗਾ ਨਹੀਂ ਡਰੇਨੇਜ ਸਿਸਟਮ ਨਾ ਹੋਣ ਦੇ ਸਬੂਤ ਵੀ ਸਾਨੂੰ ਉੱਥੇ ਹੀ ਮਿਲੇ ਆ ਉਸ ਤੋਂ ਬਾਅਦ ਧੋਲਾਵੀਰਾ ਇਹ ਗੁਜਰਾਤ ਦੇ ਕੱਛ ਦੇ ਇਲਾਕੇ 'ਚ ਆ ਠੀਕ ਆ ਜਿਵੇਂ ਲੋਥਲ ਜਿਹੜਾ ਸੀ ਉਹ ਖੰਬਤ ਦੇ ਇਲਾਕੇ 'ਚ ਖੰਬਤ ਦਾ ਇਲਾਕਾ ਥੱਲੜਾ ਤੇ ਕੱਛ ਦਾ ਇਲਾਕਾ ਉੱਪਰਲਾ ਇੱਥੇ ਧੋਲਾਵੀਰਾ ਸਭ ਤੋਂ ਇੰਪੋਰਟੈਂਟ ਗੱਲ ਵਾਟਰ ਮੈਨੇਜਮੈਂਟ ਸਿਸਟਮ ਦਾ ਸਭ ਤੋਂ ਵਧੀਆ ਐਗਜ਼ਾਮਪਲ ਆ ਬਹੁਤ ਵੱਡਾ ਵਾਟਰ ਰਿਜ਼ਰਵਾਇਰ ਪਾਣੀ ਨੂੰ ਸਟੋਰ ਕਰਨ ਵਾਸਤੇ ਚੀਜ਼ ਮਿਲੀ ਆ ਹੜੱਪਾ ਦੀ ਹੈਰੀਟੇਜ ਸਾਈਟ ਵੀ ਉਹਦੀ ਯੂਨੈਸਕੋ ਦੀ ਹੈਰੀਟੇਜ ਸਾਈਟ ਵੀ ਬਣ ਗਿਆ ਤੇ ਬਹੁਤ ਸਾਰੀਆਂ ਡੈਮਸ ਉਹ ਵੀ ਇੱਥੋਂ ਮਿਲੀਆਂ ਠੀਕ ਆ ਤਾਂ ਇਹ ਵੀ ਇੱਕ ਹੋ ਗਿਆ ਬੰਨ ਹੋ ਗਏ ਸਟੇਡੀਅਮ ਮੋਸਟ ਇੰਪੋਰਟੈਂਟ ਸਟੇਡੀਅਮ ਜਿਹੜਾ ਹੈ ਇੱਕੋ ਇੱਕ ਜਗ੍ਹਾ ਤੇ ਇਕਲੌਤਾ ਸਟੇਡੀਅਮ ਇੱਥੇ ਮਿਲਿਆ ਹੈ ਠੀਕ ਆ ਪੱਥਰ ਨੂੰ ਕੱਟ ਕੇ ਜਿਹੜੀ ਸ਼ਿਲਪਕਾਰੀ ਆ ਪੱਥਰ ਨੂੰ ਕੱਟ ਕੇ ਸ਼ਿਲਪਕਾਰੀ ਜਿਹੜੀ ਆ ਉਹ ਵੀ ਉਹਦੇ ਸਬੂਤ ਵੀ ਸਾਨੂੰ ਧੋਲਾਵੀਰਾ ਚੋਂ ਮਿਲੇ ਆ ਠੀਕ ਆ ਤਾਂ ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਏ ਤਾਂ ਇਹ ਤਾਂ ਸੀ ਆਪਣੇ ਕੋਲ ਮੇਜਰ ਸ਼ਹਿਰ ਠੀਕ ਆ ਕੀ ਮੇਨ ਕਿਹੜੇ ਸ਼ਹਿਰ ਸੀ ਉੱਥੇ ਤੇ ਉਹਨਾਂ ਸ਼ਹਿਰਾਂ ਚੋਂ ਜੋ ਕੁਝ ਸੀਗਾ ਜੇ ਤੁਸੀਂ ਇਹਨਾਂ ਨੋਟਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦੇ ਹੋ ਤਾਂ ਹਰ ਸ਼ਹਿਰ ਚੋਂ ਕੀ ਕੁਝ ਆ ਸਕਦਾ ਸੀ ਕੀ ਕੁਝ ਸੀਗਾ ਉੱਥੇ ਤਾਂ ਇੱਕ ਬਹੁਤ ਵਧੀਆ ਕੰਪਾਈਲੇਸ਼ਨ ਜਿਹੜੀ ਆ ਤੁਹਾਡੀ ਤਿਆਰ ਹੋ ਜਾਊਗੀ ਠੀਕ ਆ ਹੁਣ ਜੇ ਤੁਸੀਂ ਇਹਨਾਂ ਨੋਟਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਤਾਂ ਤੁਹਾਨੂੰ ਸਾਡੀ ਕਿਤਾਬ 'ਚ ਹਰ ਚੈਪਟਰ 'ਚ ਠੀਕ ਆ ਹਰ ਚੈਪਟਰ ਦੇ ਮਗਰ ਬੜੇ ਆਸਾਨੀ ਨਾਲ ਹਰ ਚੈਪਟਰ ਦੇ ਐਂਸ਼ੀਐਂਟ ਹਿਸਟਰੀ 'ਚ ਜੇ ਸਪੋਜ਼ ਕਰੋ 9 ਚੈਪਟਰ ਆ ਤੇ ਹਰ ਇੱਕ ਦੇ 50 MCQs ਉਹ ਵੀ ਬਾਇਲੈਂਗੁਅਲ ਠੀਕ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਮੈਨੂੰ ਸਮਝਾਉਣ ਦੀ ਤੁਹਾਨੂੰ ਲੋੜ ਪਊਗੀ ਕਿ ਟੈਰਾਕੋਟਾ ਮਾਡਲ ਸ਼ਿਪ ਦਾ ਠੀਕ ਆ ਨਾ ਕਿ ਮਿੱਟੀ ਦਾ ਜਹਾਜ਼ ਜਿਹੜਾ ਸੀਗਾ ਉਹ ਕਿੱਥੇ ਮਿਲਿਆ ਹੈ ਠੀਕ ਆ ਜਾਂ ਸਾਨੂੰ ਹੜੱਪਾ 'ਚ ਕੀ ਮਿਲਿਆ ਹੈ ਦੈਮਾਬਾਦ 'ਚ ਕੀ ਮਿਲਿਆ ਮੋਹਿੰਜੋਦਾੜੋ 'ਚ ਕੀ ਮਿਲਿਆ ਹੈ ਤੇ ਕਾਲੀਆਂ ਬੰਗਾਂ 'ਚ ਕੀ ਮਿਲਿਆ ਹੈ ਸੋ ਇਹ ਸਾਰੇ ਕੁਝ ਜਿਹੜੇ ਕੁਐਸਚਨਸ ਨੇ ਇਹ ਥਿਊਰੀ ਪੜ੍ਹ ਕੇ ਜੇ ਤੁਸੀਂ ਇਸ ਥਿਊਰੀ ਨੂੰ ਇੰਗਲਿਸ਼ 'ਚ ਪੜ੍ਹੋਗੇ ਤਾਂ ਤੁਸੀਂ ਕੁਐਸਚਨ ਇੰਗਲਿਸ਼ 'ਚ ਅਟੈਂਪਟ ਕਰ ਸਕਦੇ ਹੋ ਪੰਜਾਬੀ 'ਚ ਪੜ੍ਹਨਾ ਹੈ ਤਾਂ ਤੁਸੀਂ ਇਸ ਕੁਐਸਚਨਸ ਜਿਹੜੇ ਆ ਹੁਣ ਦੇਖੋ ਲਾਸਟ ਤੱਕ ਜੇ ਤੁਸੀਂ ਪੂਰਾ ਜਾਓਗੇ ਤਾਂ ਤਕਰੀਬਨ ਤੁਹਾਨੂੰ ਇਹ ਕੁਐਸਚਨਸ ਜਿਹੜੇ ਆ ਇਹਨਾਂ ਦੀ ਗਿਣਤੀ 50 ਮਿਲੂਗੀ ਠੀਕ ਹੈ ਤਾਂ 50 ਕੁਐਸਚਨਸ ਹੋਣਗੇ ਉਹਨਾਂ ਦੇ ਨਾਲ ਪੂਰੀ ਐਕਸਪਲੇਨੇਸ਼ਨ ਤੇ ਆਲਰੇਡੀ ਆਪਾਂ ਇਹਨਾਂ ਨੇ ਦਿੱਤੀ ਹੋਈ ਆ ਠੀਕ ਆ ਤੇ ਉਸ ਤੋਂ ਬਾਅਦ ਨਾਲ ਇਹਨਾਂ ਦੇ ਆਨਸਰ ਕੀ ਹੋਊਗੀ ਠੀਕ ਆ ਸੋ ਉਮੀਦ ਕਰਦਾ ਕਿ ਤੁਸੀਂ ਜੋ ਵੀ ਕੁਝ ਇੱਥੇ ਪੜਿਆ ਹੋਊਗਾ ਇਹ ਪੂਰੀ ਇੰਡਸ ਵੈਲੀ ਸਿਵਲਾਈਜੇਸ਼ਨ ਵਾਲੀ ਚੈਪਟਰ ਦੀ ਕੰਪਾਈਲੇਸ਼ਨ ਆ ਠੀਕ ਆ ਤੁਸੀਂ ਸਾਡੇ ਪਲੇਟਫਾਰਮ ਨਾਲ ਜੁੜ ਸਕਦੇ ਹੋ ਮਾਸਟਰ ਕੈਡਰ ਜਾਂ ਲੈਕਚਰਾਰ ਦੀ ਤਿਆਰੀ ਵਾਸਤੇ SST ਦਾ ਹਿਸਟਰੀ ਲੈਕਚਰਾਰ ਹੋ ਗਿਆ ਸਿਵਿਕਸ ਯਾਨੀ ਕਿ ਪੋਲੀਟੀਕਲ ਸਾਇੰਸ ਦਾ ਲੈਕਚਰਾਰ ਹੋ ਗਿਆ ਠੀਕ ਆ ਇਹ ਕੋਰਸਿਸ ਤੁਹਾਨੂੰ ਬਾਇਲੈਂਗੁਅਲ ਤੁਹਾਨੂੰ ਬੁੱਕ ਜਿਹੜੀ ਮਿਲੂਗੀ ਸਿੰਗਲ ਬੁੱਕ ਹੋਊਗੀ ਕਿਸੇ ਇੱਕ ਲੈਂਗੁਏਜ 'ਚ ਨਹੀਂ ਸਾਡੀਆਂ ਸਾਰੀਆਂ ਬੁੱਕਸ ਬਾਇਲੈਂਗੁਅਲ ਨੇ ਇੰਗਲਿਸ਼ ਤੇ ਪੰਜਾਬੀ ਪਲੱਸ MCQs ਵਿੱਚ ਨੇ ਠੀਕ ਆ ਸੋ ਤੁਸੀਂ ਸਾਡੇ ਨਾਲ PPSC ਵਗੈਰਾ ਦੇ UPSC ਵਗੈਰਾ ਲਈ ਇੰਗਲਿਸ਼ ਤੇ ਪੰਜਾਬੀ ਮੀਡੀਅਮ 'ਚ ਜੁੜ ਸਕਦੇ ਹੋ ਫਿਲਹਾਲ ਸਾਡਾ UPSC ਨੂੰ ਛੱਡ ਕੇ PPSC ਦੇ ਬੈਚ ਸ਼ੁਰੂ ਹੋ ਚੁੱਕੇ ਆ ਠੀਕ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਆ ਨੰਬਰ ਤੁਹਾਨੂੰ ਥੱਲੇ ਸ਼ੋ ਹੋ ਰਿਹਾ ਹੋਊਗਾ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਹੋਊਗਾ ਜਿਹੜੇ ਸਾਡੇ ਨਾਲ ਆਲਰੇਡੀ ਜੁੜੇ ਹੋਏ ਆ ਉਹਨਾਂ ਨੂੰ ਸਾਡਾ ਕੋਰਸ ਜਿਹੜੇ ਮਤਲਬ ਕਿ ਮਾਸਟਰ ਕੈਡਰ ਦੇ ਸਟੂਡੈਂਟਸ ਆ ਠੀਕ ਆ ਉਹਨਾਂ ਨੂੰ ਸਾਡਾ ਕੋਰਸ ਬਾਏ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਉਹਨਾਂ ਦੇ ਕੋਰਸ 'ਚ ਇਹ ਵੀਡੀਓਜ਼ ਆਟੋਮੈਟਿਕਲੀ ਇੰਸਟਾਲ ਹੋ ਜਾਣਗੀਆਂ ਠੀਕ ਆ ਕੁਝ ਸਮਾਂ ਅਸੀਂ ਨਹੀਂ ਸੀ ਵਿੱਚ ਕਵਰ ਕਰਾ ਸਕੇ ਤਾਂ ਕੁਝ ਪਰਿਵਾਰਕ ਮਜਬੂਰੀਆਂ ਹੋਣ ਕਰਕੇ ਬਟ ਹੁਣ ਅਸੀਂ ਰੈਗੂਲਰਲੀ ਉਹਨਾਂ ਸਟੂਡੈਂਟਸ ਨੂੰ ਸਾਰਾ ਕੰਟੈਂਟ ਉਹਨਾਂ ਨੂੰ ਅਪਰੋਚ ਕਰਕੇ ਮਿਲੂਗਾ ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ ਧੰਨਵਾਦ।